ਧੰਨ ਵਾਹਿਗੁਰੂ ਜੀ। ਗੋਂਡ ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨ ਓਹ ਸ਼ਾਰ ਉਡਾਵੈ। ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਹਨ ਓਹ ਸ਼ਾਰ ਉਡਾਵੈ। ਹਉ ਤਉ ਏਕ ਰਮਈਆ ਲੈਹੋ, ਆਨ ਦੇਵ ਬਦਲਾਵਨ ਦੇਹੁ ਰਹਾਉ। शिव शिव करते जो नर ध्यावै, बरद चढ़े डौरू डमकावै। महामाई की पूजा करै, नर सै नार होए अवतरै। तू कहियत ही आद भवानी, मुकत की बरिया कहा छपानी। गुरमत राम नाम गहो मीता, परणवै नामा इउं कह गीता। बिलावल गोंड आज नामे बीठल देखिया, मूर्ख को समझाऊं रे रहाओ। पांडे तुमरी गायत्री लोधे का खेत खाती थी, लेकर ठेंगा टंगरी तोरी लांगत लांगत जाती थी। पांडे तुमरा महादेव धौले बल्द चढ़िया आवत देखिया था, मोदी के कर खाना पाका वाका लड़का मारिया था। पांडे तुमरा रामचंद सो पी आवत देखिया था, रावण सेती सरबर होई घर की जोए गवाई थी। हिंदू अन्ना तुर्कू काना दोहां ते ज्ञानी सियाणा, हिंदू पूजै देहुरा मुसलमान मसीत। नामे सोई सेविया जय देहुरा ना मसीत। वाहिगुरु जी का खालसा, वाहिगुरु जी की फतेह। परम सन्मानयोग दसां ही पातशाहियां दी जोत श्री गुरु ग्रंथ साहिब जी दी पावन पवित्र हजूरी विच विराजमान बहुत ही आदरणीय गुरु ਸਰੂਪ साध संगत जी, बहुत वਡਭਾਗੇ हो। गुरु चरनां विच विराज के गुरमुख प्यारिਆਂ ਤੋਂ गुरबाणी ਦੇ मनोहर कीर्तन ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸੇਵਾ ਨਿਭਾ ਰਹੇ ਸਨ ਭਾਈ ਸਾਹਿਬ ਮਹਿੰਦਰ ਸਿੰਘ ਜੀ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਾਲੇ। ਉਪਰੰਤ ਆਪ ਜੀ ਨੇ ਹੁਣੇ ਭਗਤ ਨਾਮਦੇਵ ਜੀ ਦੇ ਉਚਾਰਨ ਕੀਤੇ ਹੋਏ ਦੋ ਸ਼ਬਦ, ਇੱਕ ਗੋਂਡ ਰਾਗ ਵਿੱਚ ਔਰ ਦੂਸਰਾ ਬਿਲਾਵਲ ਗੋਂਡ ਮਿਸ਼ਰਤ ਰਾਗ, ਇਹਨਾਂ ਦੋ ਸ਼ਬਦਾਂ ਦਾ ਪਾਠ ਸਰਵਣ ਕੀਤਾ ਹੈ। ਸੋ ਇਹਨਾਂ ਵਿੱਚੋਂ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 874 ਤੇ ਅਤੇ ਦੂਸਰਾ ਸ਼ਬਦ ਕੁਝ ਹਿੱਸਾ 874 ਤੇ ਔਰ ਸ਼ਬਦ ਦਾ ਕੁਝ ਹਿੱਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 875 ਤੇ ਸੁਭਾਇਮਾਨ ਹੈ। ਆਓ ਇਸ ਤੋਂ ਪਹਿਲਾਂ ਦਾਸ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰੇ ਆਓ। ਇੱਕ ਵਾਰ ਸਾਰੇ ਬੇਨਤੀ ਪ੍ਰਵਾਨ ਕਰਦੇ ਹੋਏ ਰਸਨਾ ਪਵਿੱਤਰ ਕਰੋ ਜੀ। ਇਕਾਗਰਤਾ ਦੀ ਦਾਤ ਜ਼ਰੂਰ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਰੂਆਤੀ ਸ਼ਬਦ ਵਿੱਚ ਭਗਤ ਨਾਮਦੇਵ ਸਾਹਿਬ ਰਹਾਉ ਵਾਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ। ਹਉ ਤਉ
ਏਕ ਰਮਈਆ ਲੈ ਹੋ ਆਨ ਦੇਵ ਬਦਲਾਵੰਦੈ ਹੋ। ਸਾਡੇ ਉੱਥੇ ਦੇਵੀ ਦੇਵਤਿਆਂ ਦੀ ਬਹੁਤ ਗਿਣਤੀ ਹੈ। ਸੋ ਵੱਖ-ਵੱਖ ਕਾਮਨਾ ਵਾਸਤੇ ਉਸ ਦੀ ਪੂਰਤੀ ਕਰਨ ਵਾਲਾ ਦੇਵਤਾ ਵੀ ਵੱਖਰਾ ਹੈ। ਇੱਥੋਂ ਤੱਕ ਅਗਨੀ ਨੂੰ ਵੀ ਦੇਵਤਾ, ਪਾਣੀ ਨੂੰ ਵਰਨ ਦੇਵਤਾ, ਪਿੱਪਲ ਦੇਵਤਾ, ਬੋੜ ਦੇਵਤਾ, ਸੱਪ ਦੀ ਪੂਜਾ, ਗਾਂ ਦੀ ਪੂਜਾ। ਕਹਿੰਦੇ ਨੇ ਵੀ ਜਦੋਂ ਭਾਰਤ ਦੀ ਪਾਪੂਲੇਸ਼ਨ 1 ਕਰੋੜ ਵੀ ਨਹੀਂ ਸੀ, ਉਦੋਂ ਵੀ ਉੱਥੇ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਐਸਾ ਕਿਉਂ ਕੀਤਾ ਜਾਂਦਾ ਹੈ? ਉਹ ਗਲਤ ਕਰਦੇ ਨੇ ਜਾਂ ਠੀਕ ਕਰਦੇ ਨੇ, ਉਹ ਆਪਣੇ ਆਪ ਵਿੱਚ ਇੱਕ ਵੱਖਰਾ ਵਿਸ਼ਾ ਹੈ। ਪਰ ਸਾਡੇ ਇੱਥੇ ਸਿੱਖੀਜ਼ਮ ਵਿੱਚ ਸਿਰਫ ਪਰਮਾਤਮਾ ਦੀ ਪੂਜਾ ਵੇਤ ਹੈ। ਕੀਰਤਨ ਪੂਜਾ ਤੋਂ ਸਾਨੂੰ ਵਿਵਰਜਿਤ ਕੀਤਾ ਗਿਆ ਹੈ। ਸੌਖੇ ਸ਼ਬਦਾਂ 'ਚ ਇੰਝ ਕਹਿ ਲਈਏ ਕਿ ਸਾਨੂੰ ਚਿੱਤਰਕਾਰ ਨਾਲ ਜੁੜਨ ਦਾ ਹੁਕਮ ਹੈ, ਚਿੱਤਰ ਨਾਲ ਨਹੀਂ। ਸਾਨੂੰ ਤਸਵੀਰ ਨਾਲ ਜੁੜਨ ਦੀ ਪ੍ਰੇਰਨਾ ਨਹੀਂ, ਮੁਸੱਬਰ ਨਾਲ ਜੁੜਨਾ ਹੈ। ਅਸੀਂ ਪੇਂਟਰ ਨਾਲ ਜੁੜਨਾ ਹੈ, ਪੇਂਟਿੰਗ ਨਾਲ ਨਹੀਂ ਜੁੜਨਾ। ਅਸੀਂ ਡਾਇਰੈਕਟਰ ਨਾਲ ਜੁੜਨਾ ਹੈ, ਐਕਟਰ ਨਾਲ ਨਹੀਂ ਜੁੜਨਾ। ਚੱਚਾ ਰਚਤ ਚਿੱਤਰ ਹੈ ਭਾਰੀ। ਪਰਮਾਤਮਾ ਦੇ ਬੇਅੰਤ ਚਿੱਤਰ ਨੇ। ਸੋ ਪਰਮਾਤਮਾ ਮਾਨੋ ਇੱਕ ਮੁਸੱਬਰ ਹੈ, ਇੱਕ ਚਿੱਤਰਕਾਰ ਹੈ। ਤੁਸੀਂ ਕੀ ਕਰੋ? ਤਜ ਚਿੱਤਰੈ ਚੇਤੋ ਚਿਤਕਾਰੀ। ਤੁਸੀਂ ਕਿਰਤ ਨਾਲ ਨਾ ਜੁੜੋ, ਕਿਰਤ ਦੀ ਉਪਾਸਨਾ ਨਾ ਕਰੋ, ਕਰਤੇ ਦੀ ਉਪਾਸਨਾ ਕਰੋ। ਕਿਉਂਕਿ ਚਿੱਤਰ ਵਿਚਿੱਤਰ ਇਹ ਹੈ ਅਵਚੇਰਾ, ਪਰ ਇਹਨਾਂ ਚਿੱਤਰਾਂ ਦਾ ਝਮੇਲਾ ਇਸ ਤਰ੍ਹਾਂ ਦਾ ਹੈ ਵੀ ਅਕਸਰ ਲੋਕ ਇਹਨਾਂ ਚਿੱਤਰਾਂ ਵਿੱਚ, ਇਹਨਾਂ ਤਸਵੀਰਾਂ ਵਿੱਚ, ਇਹਨਾਂ ਪੱਥਰ ਦੀਆਂ ਪ੍ਰਤਿਮਾਵਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਨੇ। ਚਿੱਤਰ ਵਿਚਿੱਤਰ ਇਹ ਹੈ ਅਵਚੇਰਾ, ਤਜ ਚਿੱਤਰੈ ਚਿਤ ਰਾਖ ਚਤੇਰਾ। ਚਿੱਤਰ ਤਜ ਦੇ, ਚਿੱਤਰਕਾਰ ਨਾਲ ਜੁੜ ਜਾ। ਕਿਰਤ ਨਾਲ ਨਾ ਜੁੜ, ਕਰਤੇ ਨਾਲ ਜੁੜ ਜਾ। ਸੋ ਰਹਾਉ ਵਾਲੀਆਂ ਪੰਕਤੀਆਂ ਵਿੱਚ ਭਗਤ ਨਾਮਦੇਵ ਸਾਹਿਬ ਦਾ ਸੰਵਾਦ ਜਿਹੜਾ ਮੈਨੂੰ ਲੱਗਦਾ ਕਿਸੇ ਬ੍ਰਾਹਮਣ ਨਾਲ ਹੋ ਰਿਹਾ ਹੈ। ਔਰ ਚੂੰਕਿ ਉਹ ਬ੍ਰਾਹਮਣ ਬਹੁਤ ਕਿਸਮ ਦੇ ਦੇਵੀ ਦੇਵਤਿਆਂ ਦੀ ਨਾ ਸਿਰਫ ਪੂਜਾ ਕਰਦਾ ਹੈ, ਸਗੋਂ ਦੂਜਿਆਂ ਨੂੰ ਵੀ ਪ੍ਰੇਰਦਾ ਹੈ ਵੀ ਇਸ ਦੇਵਤੇ ਦੀ ਪੂਜਾ ਕੀਤਿਆਂ ਇਹ ਮਿਲਦਾ ਹੈ, ਇਸ ਦੇਵਤੇ ਦੀ ਪੂਜਾ ਕੀਤਿਆਂ ਇਹ ਮਿਲਦਾ ਹੈ, ਤੀਸਰੇ ਦੀ ਪੂਜਾ ਕੀਤਿਆਂ ਇਹ ਮਿਲਦਾ ਹੈ, ਸੋਮਵਾਰ ਨੂੰ ਇਹ ਕਰਨਾ ਹੈ, ਮੰਗਲਵਾਰ ਨੂੰ ਇਹ ਕਰਨਾ ਹੈ, ਬੁੱਧਵਾਰ ਨੂੰ ਇਹ ਕਰਨਾ ਹੈ। ਤੋ ਬੇਅੰਤ ਕਿਸਮ ਦੇ ਵਹਿਮਾਂ ਭਰਮਾਂ ਵਿੱਚ ਉਹਨੇ ਆਪਣੀ ਉਮਤ ਨੂੰ, ਆਪਣੇ ਪੈਰੋਕਾਰਾਂ ਨੂੰ ਆਪਣੇ ਤੋਰੀ ਫੁਲਕੇ ਵਾਸਤੇ ਪਾਇਆ ਹੋਇਆ ਸੀ, ਹੋਰ ਵਜ੍ਹਾ ਕੋਈ ਨਹੀਂ ਸੀ। ਉਹਨਾਂ ਨੂੰ ਅਗਿਆਨਤਾ ਦਾ ਸ਼ਿਕਾਰ ਕਰਕੇ ਇਹ ਆਪਣੀ ਉਦਰ ਪੂਰਤੀ ਕਰਦਾ ਸੀ ਔਰ ਉਹਨਾਂ ਨੂੰ ਇਹ ਸ਼ਿਕਸ਼ਤ ਨਹੀਂ ਸੀ ਹੋਣ ਦਿੰਦਾ। ਇਸ ਲਈ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ, ਹਉ ਤਉ ਮੈਂ ਤੇ ਏਕ ਰਮਈਆ ਲੈ ਹੋ। ਸਿਰਫ ਇੱਕ ਪਰਮਾਤਮਾ ਵਾਹਿਦ ਵਾਹਿਗੁਰੂ ਮੈਨੂੰ ਚਾਹੀਦਾ ਹੈ ਔਰ ਆਨ ਦੇਵ ਬਦਲਾਵੰਦ ਹੈ। ਬਾਕੀ ਸਾਰੇ ਦੇਵਤੇ ਮੇਰੇ ਕੋਲੋਂ ਬਦਲੇ ਵਿੱਚ ਲੈ ਲਓ, ਮੈਨੂੰ ਚਾਹੀਦਾ ਹੀ ਨਹੀਂ। ਬਸ ਮੈਨੂੰ ਸਿਰਫ ਇੱਕ ਪਰਮਾਤਮਾ ਦੇ ਦਿਓ। ਕਿਉਂ ਜੀ? ਤਾਂ ਫਿਰ ਭਗਤ ਨਾਮਦੇਵ ਸਾਹਿਬ ਵਿਆਖਿਆ ਕਰਦੇ ਨੇ, ਕਹਿੰਦੇ ਨੇ ਚਲੋ ਤੁਸੀਂ ਭੈਰੋ ਨੂੰ ਮੰਨਦੇ ਹੋ। ਭੈਰੋ ਕੌਣ ਹੈ? ਵੈਸੇ ਮਿੱਥ ਹੈ, ਭੈਰੋ ਨਾਮ ਦੀ ਕੋਈ ਰੂਹੇ ਜ਼ਮੀਨ ਤੇ ਚੀਜ਼ ਨਹੀਂ ਹੈ, ਨਾ ਕਦੀ ਉਹ ਹੋਇਆ ਸੀ ਨਾ ਹੈ। ਤੋ ਅਸਲ ਵਿੱਚ ਇੱਕ ਮਿੱਥ ਹੈ ਜਿਹਨੂੰ ਮੈਥੋਲੋਜੀ ਤੁਸੀਂ ਕਹਿੰਦੇ ਹੋ। ਸ਼ਿਵ ਜੀ ਦੇ ਵਿਸ਼ੇਸ਼ 8 ਰੂਪਾਂ ਵਿੱਚੋਂ ਇੱਕ ਰੂਪ ਭੈਰੋ ਦਾ ਹੈ। ਜੰਮੂ ਵਿੱਚ ਇਹਦਾ ਮੰਦਿਰ ਹੈ, ਉੱਥੇ ਉਹ ਲੋਕ ਜਾਂਦੇ ਨੇ, ਉਹਦੇ ਪੈਰੋਕਾਰ ਜਿਹੜੇ ਨੇ ਹੁਣ ਵੀ ਜਾਂਦੇ ਨੇ। ਤੋ ਇਹਨੂੰ ਭੂਤਾਂ ਦਾ ਦੇਵਤਾ ਉਹ ਮੰਨਦੇ ਨੇ, ਭੂਤਾਂ ਦਾ ਦੇਵਤਾ ਭੈਰੋ ਭੂਤ। ਹੁਣ ਭਗਤ ਨਾਮਦੇਵ ਸਾਹਿਬ ਦਾ ਲੌਜਿਕ ਕੀ ਹੈ ਵੀ ਤੁਸੀਂ ਭੈਰੋ ਦੀ ਆਰਾਧਨਾ ਕੀਤੀ, ਭੈਰੋ ਨੂੰ ਪੂਜਿਆ, ਭੈਰੋ ਦੇ ਮੰਦਿਰ ਵਿੱਚ ਗਏ, ਭੈਰੋ ਦੀ ਪ੍ਰਤਿਮਾ ਨੂੰ ਜਾ ਕੇ ਕੋਈ ਚੜਾਇਆ, ਮੂਰਤੀ ਨੂੰ ਕੋਈ ਚੜਾਇਆ। ਮੂਰਤੀਆਂ ਹੁੰਦੀਆਂ ਨੇ ਉੱਥੇ ਠਾਕਰ ਦੁਆਰਿਆਂ, ਹੋਰ ਤੇ ਕੁਛ ਹੁੰਦਾ ਨਹੀਂ। ਦਰਅਸਲ ਪ੍ਰੋਬਲਮ ਇਹ ਹੈ ਵੀ ਮੂਰਤੀ ਤੁਹਾਡਾ ਮਾਰਗਦਰਸ਼ਨ ਨਹੀਂ ਕਰ ਸਕਦੀ। ਜਿਹੜੇ ਲੋਕ ਸਾਨੂੰ ਇਹ ਐਗਜ਼ਾਮਪਲ ਦਿੰਦੇ ਨੇ, ਲੌਜਿਕ ਦਿੰਦੇ ਨੇ
ਵੀ ਤੁਹਾਡੇ ਵੀ ਗੁਰੂ ਗ੍ਰੰਥ ਸਾਹਿਬ ਨੇ। तो गुरु ग्रंथ साहब कोई पत्थर की प्रतिमा नहीं है। गुरु ग्रंथ साहब शब्द है, और शब्द ठीक इस तरह साडा मार्गदर्शन करता है जिवें कोई साइन बोर्ड मार्गदर्शन करता है, जिवें कोई मील पत्थर मार्गदर्शन करता है, जिवें तुहाडे फोन विच GPS तुहाडा मार्गदर्शन करता है। गुरु ग्रंथ साहब इस तरह मार्गदर्शन करता है, इहनूं मूर्ति नाल तरजीह नहीं दी जा सकती। वो डिफरेंट चीज़ है, वो कुछ नहीं सवार सकती, वो तुहाडा मार्गदर्शन नहीं कर सकती। आर्या समाजियां दा पंथ ही वखरा उत्थों चलिया भी प्यो ने किते जाना सी, वो दयानंद नूं कह गया भी पूजा कर लियो। जदों मूर्ति की पूजा करन गया, चूहा सिर ते चढ़ के बैठा होया, छोटा बच्चा सी, हिरदा सलेट वांगू साफ सी, तो मत्था ठणकिया भी ये किदां। उत्थों उन्होंने लगभग हिंदू ही हुंदे ने, पर कम से कम वो मूर्ति पूजा नहीं करते, ना मूर्तियां बनाते ने, ना मंदिरां च स्थापन करते हैं, ना उन्हों की पूजा अर्चना करते हैं, ना भोग लवाते। वो जुदा हो गया थोड़ा जिहा, वो थोड़े जे कह सकते हैं भी उन्होंने नालों मॉडरेट ने। तो तुसी भैरों नूं खुश कर लिया फॉर एग्जाम्पल, तो भैरो की करेगा, तुहानूं अपने वर्गा बना लेगा। तो हुण अपने वर्गा जे बनाए, तो मैं थोड़ी जी व्याख्या करनी भी वो की है। वो भूतां दा देवता मन्निया जांदा, काले कुत्ते दी उहदी सवारी मन्नी गई है। हालांकि कुत्ते दी सवारी मनुख कर नहीं सकता। जिहड़ा गणेश है, चूहे की सवारी, दसो चूहे के पल्ले की रहिंदा होवेगा जिहदे उत्ते गणेश चढ़ के बह जांदा होवे, एडा वड्डा ढिड है, लड्डू खा खा के होर वधाया होया। तो ये कल्पत गल्लां ने ना, चूहे ते किवें इंसान बैठ जाएगा, मिथ है, ऐसा मन्निया गया, होर कुछ भी नहीं है। हुण ये काले रंग के कुत्ते की सवारी करदा है भैरो, ते तुसीं उहनूं खुश कर लोगे तो तुहानूं अपना काला कुत्ता दे देगा। जिवें तुहानूं कोई प्रसन्न कर लै, तुसीं किसी बच्चे नूं गड्डी की चाबी दे दो भी जा लॉन्ग ड्राइव ते चला जा, वो बड़ा खुश होगा, तो कुत्ते नूं कन्नों फड़ के कहेगा लै जाओ, हूंटे लै लो 4 दिन। तो ये मान वाली गल किहड़ी है? ये किसी का जलूस कढ़ना हो तो उन्होंने इस तरह की चीज़ से बिठाईदा। भैरो भूत और शीतला ताव है, शीतला चीचक की देवी नूं कहिंदे ने। एक समस्या थोड़ी जी कई बार हो जाती है, फ्लूए जे निकल जाते हैं, तो लोगों ने एक कल्पत जी देवी बनाई, उत्थे जाके पूजा, हालांकि वह इंजैक्शन निकलिया, वो जाके लवा लीए तो नाल दी नाल फ्लूए शांत होने शुरू हो जाते। पर वहमी लोग हॉस्पिटल जाने की बजाय उत्थे जाके कई किस्म के पखंड करते हैं, और उन्होंने दे ऐसा करन नाल बीमारी नूं होर पनपण का मौका मिल जाता है। इसलिए जदों किते इस तरह की समस्या होवे, उस वेले सानूं सीधा डॉक्टर नाल संपर्क करना चाहिए, होरे कुछ भी नहीं हुंदा। पर लोगों ने चीचक की देवी बना दी, और जिहड़ी चीचक की देवी है, शीतला देवी है, ਉਹਦੀ सवारी है गधे की, वो खोते की सवारी करती है। तो भगत नामदेव साहब महाराज कहते हैं भी मैं तो सिर्फ परमात्मा नूं सिमरना, क्योंकि परमात्मा मैनू अपने वर्गा बना लेगा। तो जे मैं भैरों नूं खुश कर ਲਾਂ तो कुत्ते ते बहना पएगा, जे शीतला नूं खुश कर ਲਾਂ तो खोते ते बहना पएगा। साडे उत्थे आम तौर पर इस तरह हुंदा सी, कोई बंदा बड़ा गलत आचरण करदा है ना, तो कहना भी इहदा मूँह काला करो, तो होर लोगों को गुस्सा हो तो उन्हें कहना भी इनू गधे के उत्ते बिठाओ, इहदा जलूस कड्डो, इहदी इंसल्ट करो। तो मैनू खिमा करना, गधे ते खोते ते उदों किसी को बिठाया जाता सी जदों उहदा अनादर करना हुंदा सी, उहनूं डीग्रेड करना हुंदा सी, एक किस्म की पनिशमेंट सी। भगत नामदेव साहब कहते हैं भी तुसीं शीतला नूं, चीचक की देवी नूं खुश कर लिया, तो वध तो वध अपने वर्गा बना लेगी, तो वो तो खोते की सवारी करती है, तो खोते नूं जदों छड्ड देंदी है तो मिट्टी विच लेटदा है, धूड़ उडांदा है। तो चंगी गल तो इहदे विच कोई भी नहीं गी। भैरो भूत कौमा शीतला ताव है, खार बाहन खोते की सवारी है उहदी, वो शार उडावे तो खोता खे उडांदा है। इसलिए मैं ना भैरो नूं खुश करन वाले पासे जाना, ना चीचक की देवी नूं, ना शीतला नूं खुश करन वाले पासे जाना। मैं की करना, हाँ तो एक रमैया ले हों आन दे बदलावन दे। यही कारण है भी गुरमत ने उपदेश दिता, मेरे मन एकस स्यों चित लाए, एकस बिन सब धंध है, सब मिथ्या मोह माए। साहिब मेरा एको है भाई एको है, हाँ तो एक रमैया ले हो आन दे बदलावन, बदले सारा कुछ ले लो, मैनू नहीं चाहिए। क्योंकि अज 2 शब्द जिहड़े ने वो तुहाडे
ਸਨਮੁਖ ਸੰਖੇਪ ਜੀ ਵਿਆਖਿਆ ਕਰਨ ਦਾ ਯਤਨ ਕਰਨਾ, ਇਸ ਲਈ ਮੈਂ ਜ਼ਿਆਦਾ ਵਿਸਥਾਰ ਨਾ ਕਰਾਂ, ਆਗਿਆ ਲੈ ਲਵਾਂ ਆਪ ਜੀ ਤੋਂ। शिव शिव करते जो नर त्यावे। एक होर देवता जिसका रूप भैरो है उन्होंने शिव कहते हैं, शिव जी भी कह देंगे ने, महादेव भी कह देंगे ने, भोला भी कह देंगे ने, वो कई 100 नां ने। हुण भगत नामदेव साहब महाराज कहते हैं भी चलो मान लिया तुहाडे चों कोई शिव का भगत है, मैं तो शिव का भगत है नहीं, मैनू ना भैरो चाहिए, ना शीतला चाहिए है, ना शिव चाहिए, मैनू तो रब चाहिए, और ਉਹਦੇ बदले च इन्हां सारिਆਂ ਨੂੰ ਮੇਰੇ ਤੋਂ ਲੈ ਲਓ, ਵੱਟੇ ਵਿੱਚ ਮੈਨੂੰ ਰੱਬ ਦੇ ਦਿਓ, ਕਿਉਂਕਿ ਮੈਨੂੰ ਚਾਹੀਦੇ ਨਹੀਂ, ਮੈਨੂੰ ਇਹਨਾਂ ਦੀ ਅਸਲੀਅਤ ਦਾ ਪਤਾ ਹੈ। ਅਬਲ ਤੇ ਖੁਸ਼ ਹੁੰਦੇ ਨਹੀਂ, ਤੇ ਜੇ ਕਰ ਵੀ ਲਈਏ ਤੇ ਇਹਨਾਂ ਨੂੰ ਖੁਸ਼ ਕਰਕੇ ਕੋਈ ਪ੍ਰਾਪਤੀ ਨਹੀਂ ਹੁੰਦੀ। शिव शिव करते जो नर ਧਿਆਵੈ, ਬਰਦ ਚੜ੍ਹੈ ਡੋਰੂ ਡਮਕਾਵੈ। ਹੁਣ ਉਹਦਾ ਸਰੂਪ ਕੀ ਹੈ? ਇੱਕ ਤੇ ਪਿੰਡੇ ਤੇ ਦੇ ਦੇਗਾ, ਤਰਸ਼ੂਲ ਦੇ ਦੇਗਾ, ਢੱਗਾ ਦੇ ਦੇਗਾ, ਸਵਾਹ ਦੇ ਦੇਗਾ, ਤੇ ਇਹਦੇ ਚ ਪ੍ਰਾਪਤੀ ਕੀ ਹੈ? ਮੈਨੂੰ ਨਹੀਂ ਚਾਹੀਦਾ। शिव शिव करते जो नर ਧਿਆਵੈ, बरद चढ़ै डोरू डमकावै, महामाई की पूजा करे। महामाई कहते पार्वती ਨੂੰ, ਇਹਦੀ ਧਰਮ ਪਤਨੀ ਮੰਨੀ ਗਈ ਹੈ। पार्वती ਦੀ ਕੋਈ ਪੂਜਾ ਕਰੇ ਤੇ ਗੁਰਮਤ ਦਾ ਸਿਧਾਂਤ ਹੈ ਜੈਸਾ ਸੇਵੈ ਤੈਸਾ ਹੋਵੇ। ਇਹ ਗੁਰਬਾਣੀ ਦੀ ਪੰਕਤੀ ਹੈ, ਇਹ ਪ੍ਰਿੰਸੀਪਲ ਹੈ ਗੁਰਮਤ ਦਾ। ਤੁਸੀਂ ਜਿਸ ਤਰ੍ਹਾਂ ਦਾ ਇਸ਼ਟ ਬਣਾਓਗੇ, ਉਹਦੀ ਸੇਵਾ ਕਰੋਗੇ, ਉਹਨੂੰ ਚੇਤਾ ਕਰੋਗੇ, ਤੁਸੀਂ ਉਸ ਤਰ੍ਹਾਂ ਦੇ ਹੋਣੇ ਸ਼ੁਰੂ ਹੋ ਜਾਓਗੇ। ਤੇ ਤੁਸੀਂ ਪਾਰਵਤੀ ਨੂੰ ਪ੍ਰਸੰਨ ਕਰ ਲਵੋ, ਔਰ ਜੇ ਕੋਈ ਮੇਲ ਕਰ ਰਿਹਾ ਹੈ ਤੇ ਫਿਰ ਸਿਧਾਂਤ ਮੁਤਾਬਕ ਤੇ ਉਹ ਫੀਮੇਲ ਹੋ ਜਾਏਗਾ। ਨਰ ਸਹਿ ਨਾਰ ਹੋਏ ਅਵਤਰੈ, ਉਹ ਨਰ ਤੋਂ ਨਾਰ ਹੋ ਜਾਏਗਾ, ਕੋਈ ਬਹੁਤ ਵੱਡੀ ਗੱਲ ਇਹ ਵੀ ਨਹੀਂ ਗੀ। ਫਿਰ ਕਹਿੰਦੇ ਤੂੰ ਕਹੀਅਤ ਹੀ ਆਦ ਭਵਾਨੀ। ਭਵਾਨੀ ਨੂੰ ਇਹ ਸਾਰਿਆਂ ਤੋਂ ਮੁੱਢਲੀ ਦੇਵੀ ਮੰਨਦੇ ਨੇ, ਇਹ ਬੜੀਆਂ ਦਾਤਾਂ ਦਿੰਦੀ ਹੈ, ਇਸ ਤਰ੍ਹਾਂ ਕਹਿੰਦੇ ਨੇ। ਉਹਨਾਂ ਦੀ ਮਨੌਤ ਹੈ ਵੀ ਭਵਾਨੀ ਸਾਰੀਆਂ ਕਾਮਨਾਵਾਂ ਪੂਰੀਆਂ ਕਰਦੀ ਹੈ, ਸਾਰੀਆਂ ਦਾਤਾਂ ਦਿੰਦੀ ਹੈ। ਪਰ ਨਾਮਦੇਵ ਸਾਹਿਬ ਕਹਿੰਦੇ ਨੇ ਤੁਸੀਂ ਆਪ ਕਹਿੰਦੇ ਹੋ ਵੀ ਸਭ ਕੁਝ ਦੇਣ ਦੇ ਸਮਰੱਥ ਹੈ, ਪਰ ਮੁਕਤੀ ਨਹੀਂ ਦਿੰਦੀ, ਮੁਕਤੀ ਉਹ ਦੇ ਹੀ ਨਹੀਂ ਸਕਦੀ। ਉਹ ਕਹਿੰਦੀ ਹੋਰ ਜੋ ਸੰਸਾਰੀ ਪਦਾਰਥ ਮੰਗਣਾ ਮੰਗੋ, ਮੁਕਤੀ ਮੇਰੇ ਕੋਲ ਕੋਈ ਨਹੀਂ। ਤੇ ਨਾਮਦੇਵ ਸਾਹਿਬ ਕਹਿੰਦੇ ਨੇ ਜਦੋਂ ਤੇਰੇ ਕੋਲ ਮੁਕਤੀ ਨਹੀਂ ਤੇ ਬਾਕੀ ਚੀਜ਼ਾਂ ਲੈ ਕੇ ਕੀ ਕਰਨੀਆਂ ਨੇ। ਤੂੰ ਕਹੀਅਤ ਹੀ ਆਦ ਭਵਾਨੀ, ਤੂੰ ਆਦ ਭਵਾਨੀ ਆਦ ਦੇਵੀ ਮੰਨੀ ਜਾਨੀ ਏ, ਤੇ ਮੁਕਤ ਕੀ ਬਰੀਆ ਕਹਾ ਛੁਪਾਨੀ। ਮੁਕਤੀ ਵੇਲੇ ਤੂੰ ਕਿੱਥੇ ਲੁਕ ਜਾਨੀ ਹੈ? ਮੁਕਤੀ ਵੇਲੇ ਤੂੰ ਕਹਿੰਦੀ ਹੈ ਮੈਂ ਮੁਕਤੀ ਦੇ ਨਹੀਂ ਸਕਦੀ। ਤੋ ਇਹ ਕੰਡਮ ਕੀਤਾ ਭਗਤ ਨਾਮਦੇਵ ਸਾਹਿਬ ਨੇ। ਪਰ ਹੈਰਾਨੀ ਉਦੋਂ ਹੁੰਦੀ ਹੈ ਸੰਗਤ ਜੀ, ਜਦੋਂ ਦੇਸ਼ ਵਿੱਚ ਦੇਖੀਦਾ ਸਿੱਖ ਨੇ ਪੱਗ ਬੱਧੀ ਹੈ, ਪ੍ਰਕਾਸ਼ ਦਾੜਾ ਹੈ, ਉੱਤੋਂ ਦੀ ਗਾਤਰਾ ਪਾਇਆ ਹੈ, ਹੱਥ 'ਚ ਬੂੰਦੀ ਲੈ ਕੇ ਹਨੂਮਾਨ ਦੇ ਮੰਦਿਰ 'ਚ ਲਾਈਨ 'ਚ ਲੱਗਾ ਹੋਇਆ ਹੈ, ਬੂੰਦੀ ਚੜਾਣੀ ਹੈ। ਉਹਨੂੰ ਵੇਖ ਕੇ ਸ਼ਰਮ ਆਉਂਦੀ ਹੈ ਵੀ ਧਰਤੀ ਵੇਲ ਦੇ ਜਾਏ ਤੇ ਅਸੀਂ ਸਮਾ ਜਾਈਏ, ਉਹਨੂੰ ਲਾਈਨ ਵਿੱਚ ਲੱਗ ਕੇ ਵੀ ਸ਼ਰਮ ਨਹੀਂ ਆਉਂਦੀ। ਮੈਂ ਗੁਰੂ ਕਾ ਸਿੱਖ ਤੇ ਕਿਹੜੇ ਰਾਹ ਪਿਆ ਹੋਇਆ ਵਾਂ। ਹੁਣ ਉੱਥੇ ਸਾਡੇ ਇੱਕ ਹੋਰ ਵੀ ਟ੍ਰੈਂਡ ਚੱਲਿਆ ਕਿ ਅੱਜ ਜਗਰਾਤੇ ਤੇ ਜਾਣਾ ਹੈ, ਮਾਤਾ ਦਾ ਜਗਰਾਤਾ ਜੀ। ਕਿਉਂ ਜਾਣਾ ਹੈ? ਤੁਹਾਨੂੰ ਤੇ ਮਨਾ ਕੀਤਾ। ਉਹ ਨਹੀਂ ਜੀ, ਉਹ ਵੀ ਗੁਰਪੁਰਬ ਤੇ ਆਉਂਦੇ ਨੇ, ਉਗਰਾਹੀ ਵੀ ਦਿੰਦੇ ਨੇ। ਉਹ ਗੁਰਮੁਖੋ ਉਗਰਾਹੀ ਦੇਣ, ਉਹ ਗੁਰਪੁਰਬ ਤੇ ਆਉਣ, ਜੰਮ ਜੰਮ ਕੇ ਆਉਣ, ਵੈਲਕਮ। ਪਰ ਤੁਹਾਨੂੰ ਜਗਰਾਤੇ ਤੇ ਜਾਣ ਦੀ ਇਜਾਜ਼ਤ, ਭੀੜ ਦੀ ਜ਼ਰੂਰਤ ਨਹੀਂ ਹੈ, ਸਾਨੂੰ ਕੁਆਲਿਟੀ ਦੀ ਜ਼ਰੂਰਤ ਹੈ, ਕੁਆਂਟਿਟੀ ਦੀ ਨਹੀਂ ਹੈ। ਆਉਣਾ ਹੈ ਤੇ ਜੀ ਸਦਕੇ ਆਉਣ, ਨਹੀਂ ਆਉਣਾ ਤੇ ਬੇਸ਼ੱਕ ਨਾ ਆਉਣ। ਤੂੰ ਜਗਰਾਤੇ ਵਿੱਚ ਨਹੀਂ ਜਾ ਸਕਦਾ। ਇਹ ਮੈਂ ਹੋਸ਼ੋ ਹਵਾਸ਼ ਵਿੱਚ ਬੇਨਤੀ ਕਰਦੇ ਹਾਂ। ਸਿੱਖ ਦਾ ਜਗਰਾਤੇ ਵਿੱਚ ਜਾਣਾ ਵੇਤ ਨਹੀਂ ਹੈ, ਇਜਾਜ਼ਤ ਨਹੀਂ ਹੈ, ਮਰਿਆਦਾ ਨਹੀਂ ਹੈ, ਉਲਟ ਹੈ ਮਰਿਆਦਾ ਦੇ। ਪਰ ਸਿੱਖਾਂ ਨੇ ਜਗਰਾਤਿਆਂ 'ਚ ਜਾਣਾ ਸ਼ੁਰੂ ਕਰ ਦਿੱਤਾ। ਟੱਲੀਆਂ ਫੜੀਆਂ ਹੁੰਦੀਆਂ ਨੇ, ਸ਼ਦਾਈਆਂ ਵਾਂਗੂ ਉੱਥੇ ਟੱਲੀਆਂ ਵਜਾਣ ਡਏ ਹੁੰਦੇ ਨੇ। ਇਹ ਕਿਹੜੀ ਸਿੱਖੀ ਹੈ ਜੀ? ਪ੍ਰਚਾਰਕ ਸਾਨੂੰ ਦੱਸਦੇ ਨਹੀਂ ਜੀ ਸ਼੍ਰੋਮਣੀ ਕਮੇਟੀ ਇੱਦਾਂ ਕਰਦੀ ਹੈ ਜੀ, ਗੁਰਦੁਆਰਿਆਂ ਦੀਆਂ ਕਮੇਟੀਆਂ ਇੱਦਾਂ ਕਰਦੀਆਂ ਨੇ ਜੀ, ਗ੍ਰੰਥੀ ਇੱਦਾਂ ਕਰਦੇ ਨੇ ਜੀ। ਬਸ ਬਹਾਨੇ ਬਣਾਉਣੇ ਨੇ, ਪੱਜ ਲੱਭਣੇ ਨੇ, ਤੇ ਗਲਤ ਆਚਰਣ ਆਪ ਅਪਣਾਉਣਾ। ਜਿਹਨੇ ਲਾਈ ਗੱਲੀ ਉਹਦੇ ਨਾਲ ਹੀ ਟੁਰ ਚੱਲੀ। ਸਿੱਖ ਲਈ ਕਿਸੇ ਜਗਰਾਤੇ ਵਿੱਚ ਕਿਸੇ ਦੇਵੀ ਦੀ ਪੂਜਾ, ਕਿਸੇ ਦੇਵਤੇ ਦੀ ਪੂਜਾ ਵੇਤ ਨਹੀਂ ਹੈ। ਪੜ੍ਹੋ ਸਿੱਖ ਰਹਿਤ ਮਰਿਆਦਾ। ਜੋ ਇੱਕ ਅਕਾਲ ਪੁਰਖ ਵਾਹਿਗੁਰੂ, 10 ਗੁਰੂ ਸਾਹਿਬਾਨ ਅਤੇ 10 ਗੁਰੂ ਸਾਹਿਬਾਨ ਦੀ ਗੁਰਬਾਣੀ ਵਿੱਚ ਵਿਸ਼ਵਾਸ ਰੱਖਦਾ, ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ, ਉਹ
ਸਿੱਖ ਹੈ। ਇਹ ਸਿੱਖ ਦੀ ਪਰਿਭਾਸ਼ਾ ਹੈ, ਸਿੱਖ ਰਹਿਤ ਮਰਿਆਦਾ ਵਿੱਚ ਬਾਕਾਇਦਾ ਉਲੇਖ ਹੈ ਵੀ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ, ਪਰ ਸਿੱਖ ਦੇਵੀ ਦੇਵਤਿਆਂ ਨੂੰ ਵੀ ਮੰਨਣ ਲੱਗ ਪਏ। ਅਸੀਂ ਦੇਵੀ ਦੇਵਤਿਆਂ ਦੀ ਖੰਡਨ ਕਰਨਾ, ਨਿੰਦਾ ਕਰਨੀ, ਐਸਾ ਨਹੀਂ। ਉਹਨਾਂ ਨਾਲ ਲੜਨਾ, ਉਹਨਾਂ ਦੇ ਮੰਦਰ ਢਾਣੇ ਨੇ, ਐਸਾ ਵੀ ਨਹੀਂ। ਪਰ ਸਿੱਖ ਲਈ ਉੱਥੇ ਜਾਣਾ ਵੇਤ ਨਹੀਂ ਹੈ। ਤੁਸੀਂ PhD ਕਰਕੇ ਫਿਰ ਪ੍ਰਾਇਮਰੀ ਸਕੂਲ 'ਚ ਕਿਉਂ ਦਾਖਲ ਹੋਣਾ ਚਾਹੁੰਦੇ ਹੋ? ਤੁਹਾਨੂੰ ਵਿਗਿਆਨਕ ਯੁੱਗ ਦਾ ਧਰਮ ਪ੍ਰਾਪਤ ਹੋਇਆ ਹੈ ਤੇ ਤੁਸੀਂ ਪਰਤ ਕੇ ਇਹਨੇ ਫੰਡਾਮੈਂਟਲ ਕਿਉਂ ਬਣਨਾ ਚਾਹੁੰਦੇ ਹੋ? ਇਸ ਵਾਸਤੇ ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾ ਛੁਪਾਨੀ। ਹੁਣ ਗੁਰਮਤ ਕੀ ਹੈ? ਗੁਰਮਤ ਰਾਮ ਨਾਮ ਗਹੋ ਮੀਤਾ। हे ਮਿੱਤਰ, ਤੂੰ ਗੁਰੂ ਦੀ ਮੱਤ ਦਾ ਧਾਰਨੀ ਬਣ ਕੇ ਤੇ ਵਾਹਿਗੁਰੂ ਦਾ ਸਿਮਰਨ ਕਰ। ਇਹ ਮੈਂ ਨਹੀਂ ਕਹਿੰਦਾ, ਪਰਨਵੇਂ ਨਾਮਾ ਆਖਦਾ ਹੈ, ਇਉਂ ਕਹੇ ਗੀਤਾ। ਤੇਰੀ ਗੀਤਾ ਵੀ ਇਹੀ ਆਖਦੀ। ਕੀ ਆਖਦੀ ਹੈ? ਕਿ ਸਿਮਰਨ ਦਾ ਕੋਈ ਮੁਕਾਬਲਾ ਨਹੀਂ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ। ਸਭ ਤੋਂ ਸ਼੍ਰੋਮਣੀ ਕੰਮ ਜਿਹੜਾ ਉਹ ਪ੍ਰਭੂ ਦੀ ਕੀਰਤੀ ਹੈ। ਬਿਲਾਵਲ ਗੌਂਡ, ਇਹ ਜਿਹੜਾ ਸ਼ਬਦ ਹੈ, ਕਿਉਂਕਿ ਮੇਰਾ ਨੈਤਿਕ ਫਰਜ਼ ਹੈ, ਇਹਦੀ ਟਰਮ ਮੈਂ ਦੱਸਣਾ ਮੇਰਾ ਫਰਜ਼ ਹੈ, ਕੋਈ ਕਿਸੇ ਨੂੰ ਪਿੰਚ ਕਰਨ ਲਈ ਨਹੀਂ। ਇਹ ਹੁਕਮ ਹੈ ਵੀ ਇਹਨੂੰ ਮਿਸ਼ਰਤ ਰਾਗ ਵਿੱਚ ਗਾਣਾ ਹੈ, ਮਰਜ਼ੀ ਨਾਲ ਨਹੀਂ ਗਾਉਣਾ। ਜਦੋਂ ਦਿਲ ਕੀਤਾ ਗਾ ਲਿਆ, ਔਰ ਜਿਹੜੇ ਮਰਜ਼ੀ ਰਾਗ ਵਿੱਚ ਗਾ ਲਿਆ। ਇਹ ਬਿਲਾਵਲ ਵੀ ਹੈ, ਗੌਂਡ ਵੀ ਹੈ, ਮਿਸ਼ਰਤ ਹੈ। ਬਿਲਾਵਲ ਗੌਂਡ ਦੋਵੇਂ ਰਾਗ ਨੇ। ਕੀ ਹੈ ਸ਼ਬਦ? ਆਜ ਨਾਮੇ ਬੀਠਲ ਦੇਖਿਆ। ਨਾਮਦੇਵ ਨੂੰ ਅੱਜ ਰੱਬ ਦੇ ਦੀਦਾਰ ਹੋ ਗਏ ਨੇ। ਅੱਜ ਮੈਂ ਬੀਠਲ ਨੂੰ ਦੇਖ ਲਿਆ। ਅੱਜ ਮੈਂ ਬੀਠਲ ਦੇ ਵਾਹਿਗੁਰੂ ਦੇ ਦੀਦਾਰ ਕਰ ਲਏ ਨੇ। ਪੰਡਤ ਜੀ, ਤੁਹਾਨੂੰ ਕਦੀ ਦੀਦਾਰ ਨਹੀਂ ਹੋਏ? ਗੱਲਾਂ ਬੜੀਆਂ ਆਲ ਪਤਾਲ ਦੀਆਂ ਕਰਦੇ ਹੋ, ਅਸਮਾਨ ਚੋਂ ਟਾਕੀਆਂ ਲਾ ਵੀ ਲਿਆਉਂਦੇ ਹੋ ਤੇ ਲਾਹ ਵੀ ਲਿਆਉਂਦੇ ਹੋ, ਤੇ ਰੱਬ ਦੇ ਦੀਦਾਰ ਨਹੀਂ ਕਦੀ ਹੋਏ? ਕਹਿਣ ਲੱਗਾ ਨਹੀਂ, ਮੈਨੂੰ ਤੇ ਨਹੀਂ ਹੋਏ। ਕਹਿਣ ਲੱਗੇ ਜੇ ਤੂੰ ਆਗਿਆ ਦੇ ਤੇ ਮੈਂ ਤੈਨੂੰ ਤੇਰੀ ਮਿਸਟੇਕ ਦੱਸਾਂ ਵੀ ਤੈਨੂੰ ਕਿਉਂ ਨਹੀਂ ਹੁੰਦੇ। ਮੈਨੂੰ ਤੇ ਹੁੰਦੇ ਨੇ। ਨਾਮਦੇਵ ਸਾਹਿਬ ਦੀ ਅਵਸਥਾ। ਆਜ ਨਾਮੇ ਬੀਠਲ ਦੇਖਿਆ। ਮੈਨੂੰ ਐਸੇ ਜਨਮ ਵਿੱਚ ਬੀਠਲ ਦੇ ਦੀਦਾਰ ਹੋ ਗਏ ਨੇ, ਰੱਬ ਦੇ ਦਰਸ਼ਨ ਹੋ ਗਏ ਨੇ। ਤੇ ਤੂੰ ਤੇ ਮੂਰਖ ਹੀ ਰਿਓ, ਤੈਨੂੰ ਅਜੇ ਤੱਕ ਦੀਦਾਰ ਨਹੀਂ ਹੋਏ। ਚੱਲ ਆ ਮੂਰਖਾ, ਤੈਨੂੰ ਸਮਝਾਵਾਂ। ਮੂਰਖ ਕੋ ਸਮਝਾਉ ਰੇ। ਤਾਂ ਫਿਰ ਸਮਝਾਉਂਦੇ ਕੀ ਨੇ? ਥੋੜੇ ਜਿਹੇ ਮਿੰਟਾਂ ਦੀ ਗੱਲ ਹੈ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਕਹਿੰਦੇ ਤੈਨੂੰ ਦੀਦਾਰ ਨਾ ਹੋਣ ਦੇ ਜਿਹੜੇ ਰੀਜ਼ਨ ਨੇ, ਕਾਰਨ ਨੇ, ਤੇਰੀ ਮਿਸਟੇਕ ਹੈ, ਉਹ ਮੈਂ ਤੈਨੂੰ ਦੱਸਣਾ। ਤੂੰ ਗਲਤੀ ਕਿੱਥੇ ਕਰਨਾ ਹੈ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਜਿਸ ਤਰ੍ਹਾਂ ਸਾਡੇ ਚ ਮੂਲ ਮੰਤਰ ਸਾਹਿਬ ਹੈ ਨਾ, ਗੁਰਮੰਤਰ ਹੈ, ਇਸ ਤਰ੍ਹਾਂ ਸਨਾਤਨ ਮਤ ਵਿੱਚ ਇੱਕ ਮੰਤਰ ਨੂੰ ਗਾਇਤਰੀ ਮੰਤਰ ਕਹਿੰਦੇ ਨੇ। ਛੋਟੇ ਛੋਟੇ ਬੱਚਿਆਂ ਨੂੰ ਵੀ ਉਹਨਾਂ ਨੇ ਕੰਠ ਕਰਾਇਆ, ਉਹਦਾ ਉਚਾਰਨ ਕਰਦੇ ਨੇ। ਬਹੁਤ ਸਾਰੀਆਂ ਪੂਜਾ ਨੇ ਜਿੱਥੇ ਉਚੇਚੇ ਤੌਰ ਤੇ ਗਾਇਤਰੀ ਮੰਤਰ ਪੜ੍ਹਨਾ ਲਾਜ਼ਮੀ ਹੋ ਜਾਂਦਾ ਹੈ। ਗਾਇਤਰੀ ਮੰਤਰ ਪੜ੍ਹੋ, ਚੰਗੀ ਗੱਲ ਹੈ। ਰੱਬ ਦਾ ਨਾਮ ਲੈਣਾ ਹੈ, ਕਿਸੇ ਵੀ ਸ਼ਬਦਾਵਲੀ ਵਿੱਚ ਲਵੋ। ਪਰ ਤੁਸੀਂ ਗਲਤੀ ਉੱਥੇ ਕਰ ਜਾਂਦੇ ਹੋ ਜਦੋਂ ਕਹਿੰਦੇ ਹੋ ਵੀ ਗਾਇਤਰੀ ਮੰਤਰ ਤੋਂ ਇੱਕ ਵਾਰ ਗਲਤੀ ਹੋ ਗਈ। ਗਾਇਤਰੀ ਮੰਤਰ ਵਿੱਚ ਤੁਹਾਡੀ ਸ਼ਰਧਾ ਕੋਨੀ ਗੀ। ਗਾਇਤਰੀ ਮੰਤਰ ਦਾ ਪ੍ਰਚਾਰ ਵੀ ਕਰਦੇ ਹੋ, ਗਾਇਤਰੀ ਮੰਤਰ ਦਾ ਉਚਾਰਨ ਵੀ ਕਰਦੇ ਹੋ, ਤੇ ਫਿਰ ਉਸੇ ਗਾਇਤਰੀ ਮੰਤਰ ਬਾਰੇ ਤੁਸੀਂ ਅਸ਼ਰਦਕ ਗੱਲਾਂ ਵੀ ਘੜੀਆਂ ਹੋਈਆਂ ਨੇ। ਭਗਤ ਨਾਮਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਜੀ ਕਿਹੜੀਆਂ ਗੱਲਾਂ ਘੜੀਆਂ ਨੇ? ਕਹਿਣ ਲੱਗੇ ਵੀ ਤੁਸੀਂ ਗੱਲ ਘੜੀ ਹੋਈ ਹੈ ਬਈ ਇੱਕ ਵਾਰੀ ਗਾਇਤਰੀ ਮੰਤਰ ਤੋਂ ਕੋਈ ਮਿਸਟੇਕ ਹੋ ਗਈ ਤੇ ਉਹਨੂੰ ਸ਼ਰਾਪ ਮਿਲਿਆ ਵੀ ਤੂੰ ਗਾਂ ਬਣ ਕੇ ਧਰਤੀ ਤੇ ਜਾ। ਉਹ ਗਾਂ ਬਣ ਗਈ। ਹੁਣ ਜਦੋਂ ਗਾਂ ਬਣ ਗਈ ਤੇ ਉਹਨੂੰ ਪੇਟ ਲੱਗਾ, ਉਹਨੇ ਪ੍ਰਸ਼ਾਦ ਵੀ ਛਕਣਾ। ਉਹ ਨੇੜਲੀ ਨਿਆਈ ਪੈਲੀ ਕਿਸੇ ਜ਼ਿਮੀਂਦਾਰ ਦੀ, ਜੱਟ ਦੀ, ਉਹਦਾ ਨਾਂ ਲੋਧਾ ਸੀ। ਕਹਾਣੀ ਕਹਿੰਦੀ ਹੈ ਵੀ ਲੋਧੇ ਜੱਟ ਦੀ ਪੈਲੀ 'ਚ ਉਹਨੇ ਵੇਲੇ ਕੁ ਵੇਲੇ ਜਾ ਕੇ ਵੜ ਜਾਣਾ ਤੇ ਫਸਲ ਚਰਨੀ, ਵੇਲੇ ਕੁ ਵੇਲੇ ਖਾ ਜਾਣੀ। ਉਹਨੇ ਜਦੋਂ ਵੇਖਣਾ ਤੇ ਬੜਾ ਕਲਪਨਾ। ਉਹ ਇੱਕ ਦਿਨ ਲੈ ਕੇ ਡੰਡਾ, ਖੁੰਗੀਆਂ ਵਾਲਾ ਮੋਟਾ ਸਾਰਾ ਡਿੰਗ ਪੜਿੰਗਾ, ਉਹ ਲੁੱਕ ਕੇ ਬਹਿ ਗਿਆ ਵੀ ਅੱਜ ਕੇਅਰ ਕਰਨਾ ਵੀ ਕੌਣ ਫਸਲ ਉਜਾੜਦਾ। ਇੰਨੇ ਚਿਰ ਨੂੰ ਉਹ ਗਾਇਤਰੀ ਮੰਤਰ ਜਿਹੜਾ ਗਾਂ ਬਣਿਆ ਹੋਇਆ ਸੀ ਉਹ ਉੱਥੇ ਆ ਗਿਆ। ਉਹਨੇ ਗੁੱਸੇ ਵਿੱਚ ਉਹਦੀ ਲੱਤ ਦੇ ਉੱਤੇ ਡੰਡਾ ਮਾਰਿਆ, ਉਹਦੀ ਲੱਤ ਟੁੱਟ ਗਈ। ਕਹਾਣੀ ਕਹਿੰਦੀ ਹੈ ਬਈ ਉਹ ਫਿਰ ਲੰਗੜਾ ਕੇ ਤੁਰਦੀ ਸੀ।
ਤਾਂ ਭਗਤ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਐਡਾ ਉੱਤਮ ਮੰਤਰ ਜਿਹਨੇ ਤੁਹਾਡਾ ਪਾਰ ਉਤਾਰਾ ਕਰਨਾ ਹੈ, ਉਸ ਮੰਤਰ ਨੂੰ ਤੁਸੀਂ ਗਾਂ ਬਣਾ ਕੇ ਤੇ ਉਹ ਲੋਧੇ ਜੱਟ ਤੋਂ ਡਾਂਗ ਮਰਵਾ ਕੇ ਉਹਦੀ ਲੱਤ ਵੀ ਤੜਵਾ ਦਿੱਤੀ, ਉਹਨੂੰ ਲੰਗੜਾ ਕੇ ਤੁਰਨਾ ਵੀ ਸ਼ੁਰੂ ਕਰਾ ਦਿੱਤਾ। ਇਹ ਮੰਤਰ ਤੁਹਾਡਾ ਸਵਾਰੇਗਾ ਕੀ? ਤੁਹਾਡੀ ਤੇ ਉਹਦੇ ਵਿੱਚ ਸ਼ਰਧਾ ਹੀ ਨਹੀਂ ਹੈ। ਵੇਖੋ ਜਿਹੜੀ ਸ਼ਰਧਾ ਹੈ ਨਾ, ਜਦੋਂ ਕਿਸੇ ਚੀਜ਼ ਤੇ ਸ਼ੱਕ ਹੋ ਜਾਏ, ਖਾਸ ਕਰਕੇ ਸਿੱਖਿਆ ਦਾਤੇ ਤੇ, ਖਾਸ ਕਰਕੇ ਇਸ਼ਟ ਤੇ, ਫਿਰ ਉਹ ਕੁਝ ਨਹੀਂ ਸਵਾਰ ਸਕਦਾ। ਸ਼ੈਕਸਪੀਅਰ ਸਾਹਿਬ ਦੀ ਇੱਕ ਛੋਟੀ ਜਿਹੀ ਸਕਿੱਟ ਹੈ, ਸਿਰਫ 1.5 ਮਿੰਟ ਦੀ ਹੈ। ਉਹਦਾ ਨਾਂ ਹੈ ਵੈਰੋਨਾ ਦੇ ਦੋ ਸਾਊ। ਤੁਹਾਨੂੰ ਪਤਾ ਵੀ ਯੂਰਪ ਵਿੱਚ ਵੈਰੋਨਾ ਇੱਕ ਸ਼ਹਿਰ ਹੈ, ਕਲਪਤ ਕਹਾਣੀ ਹੈ। ਉਹ ਸਟੇਜ ਕਰਦੇ ਸਨ, ਉੱਥੇ ਫਿਲਮਾਉਂਦੇ ਵੀ ਸਨ। ਸ਼ੈਕਸਪੀਅਰ ਸਾਹਿਬ ਦੀਆਂ ਬਹੁਤ ਸਾਰੀਆਂ ਰਚਨਾਵਾਂ ਤੁਸੀਂ ਪੜ੍ਹੀਆਂ ਸੁਣੀਆਂ ਹੋਣਗੀਆਂ, ਹੁਣ ਤੇ ਪੰਜਾਬੀ ਵਿੱਚ ਵੀ ਅਵੇਲੇਬਲ ਨੇ। ਸ਼ੈਕਸਪੀਅਰ ਸਾਹਿਬ ਨੇ ਇੱਕ ਸਕਿੱਟ ਲਿਖੀ ਹੈ, ਵੈਰੋਨਾ ਦੇ ਦੋ ਸਾਊ। ਸਾਊ ਸਮਝਦੇ ਹੋ ਪੰਜਾਬੀ ਦੇ ਵਿੱਚ ਚੰਗੇ ਬੰਦੇ ਨੂੰ ਸਾਊ ਕਿਹਾ ਜਾਂਦਾ, ਭਲੇ ਮਾਨਸ ਨੂੰ। ਸ਼ੈਕਸਪੀਅਰ ਸਾਹਿਬ ਨੇ ਉਹਦੇ ਵਿੱਚ ਇੱਕ ਅਮੀਰ ਵਿਅਕਤੀ ਨੂੰ, ਇੱਕ ਰਾਇਲ ਵਿਅਕਤੀ ਨੂੰ ਇੱਕ ਦੂਸਰੇ ਅਮੀਰ ਦੇ ਨੌਕਰ ਨਾਲ ਡਿਸਕਸ ਕਰਦੇ, ਡਿਬੇਟ ਕਰਦੇ ਵਿਖਾਇਆ। ਤਾਂ ਉਹ ਅਮੀਰ ਬੰਦਾ ਉਸ ਨੌਕਰ ਨੂੰ ਕੋਈ ਗੱਲ ਸਮਝਾਉਂਦਾ ਹੈ, ਉਹਨੂੰ ਸਮਝ ਨਹੀਂ ਆਉਂਦੀ, ਉਹ ਫਿਰ ਸਮਝਾਉਂਦਾ, ਉਹਨੂੰ ਸਮਝ ਨਹੀਂ ਆਉਂਦੀ, ਫਿਰ ਸਮਝਾਉਂਦਾ, ਸਮਝ ਨਹੀਂ ਆਉਂਦੀ, ਉਹ ਫਿਰ ਸਮਝਾਉਂਦਾ, ਸਮਝ ਨਹੀਂ ਆਉਂਦੀ। ਤਾਂ ਉਹ ਅਮੀਰ ਬੰਦਾ ਖਿੱਚ ਕੇ ਉਹਨੂੰ ਕਹਿੰਦਾ ਹੈ ਬਈ ਤੂੰ ਤੇ ਬਹੁਤਾ ਹੀ ਮੂਰਖ ਹੈ, ਇਹ ਸਿੰਪਲ ਜੀ ਗੱਲ ਜਿਹੜੀ ਹੈ, ਮੈਥਡ ਹੈ, ਇਹ ਤੇ ਮੇਰੇ ਹੱਥ ਵਿੱਚ ਪਕੜੀ ਹੋਈ ਡੰਡੀ ਨੂੰ ਵੀ ਸਮਝ ਵਿੱਚ ਆ ਗਿਆ ਤੇ ਤੈਨੂੰ ਅਜੇ ਵੀ ਨਹੀਂ ਸਮਝ ਆਈ। ਪਤਾ ਉਹ ਨੌਕਰ ਕੀ ਕਹਿੰਦਾ? ਬੜੀ ਪਾਏਦਾਰ ਗੱਲ ਉਹਨੇ ਕਹੀ। ਉਹ ਕਹਿਣ ਲੱਗਾ, ਮਾਲਕ ਇਸ ਡੰਡੀ ਵਿੱਚ ਤੇ ਮੇਰੇ ਵਿੱਚ ਇੱਕ ਫਰਕ ਹੈ। ਉਹ ਕਹਿਣ ਲੱਗਾ, ਕੀ ਫਰਕ ਹੈ? ਕਹਿਣ ਲੱਗਾ, ਡੰਡੀ ਤੁਹਾਡੇ ਹੱਥ 'ਚ ਹੈ ਪਰ ਮੇਰਾ ਮਨ ਤੁਹਾਡੇ ਹੱਥ ਵਿੱਚ ਨਹੀਂ ਹੈ। ਤਾਂ ਬੜਾ ਜ਼ਰੂਰੀ ਹੈ, ਜਿਹਦੇ ਕੋਲੋਂ ਕੁਝ ਸਿੱਖਣਾ ਹੈ ਉਹ ਮਨ ਉਹਨੂੰ ਦੇ ਦਿਓ, ਸ਼ਰਧਾ ਉਹਦੇ 'ਚ ਮੁਕੰਮਲ ਹੋਵੇ। ਸ਼ੀਸ਼ੇ ਵਿੱਚ ਮਾਮੂਲੀ ਜੀ ਤਰੇੜ ਆ ਜਾਏ ਤੇ ਤੁਹਾਨੂੰ ਤੁਹਾਡਾ ਪ੍ਰਤੀਬਿੰਬ ਠੀਕ ਨਹੀਂ ਨਜ਼ਰ ਆਵੇਗਾ। ਸ਼ਰਧਾ ਵਿੱਚ ਥੋੜਾ ਜਿਹਾ ਵੀ ਅਸਰ ਪੈ ਜਾਣਾ ਤੁਹਾਡੀ ਸਾਰੀ ਮਿਹਨਤ ਦੇ ਉੱਤੇ ਪਾਣੀ ਫੇਰ ਦਿੰਦਾ। ਇਸ ਲਈ ਇਸ਼ਟ ਤੇ ਕਦੀ ਸ਼ੱਕ ਨਾ ਕਰੋ। ਕਹਿੰਦੇ ਜੀ ਅੰਧ ਵਿਸ਼ਵਾਸ, ਉਹ ਭਲੇ ਮਾਨਸੋ, ਵਿਸ਼ਵਾਸ ਹੁੰਦਾ ਹੀ ਅੰਧ ਹੈ, ਵਿਸ਼ਵਾਸ ਹੁੰਦਾ ਹੀ ਅੰਧ ਹੈ। ਬਲਾਈਂਡ ਫੇਥ ਹੀ ਹੁੰਦਾ ਹੈ, ਪਰ ਜਿਹਦੇ ਤੇ ਫੇਥ ਹੈ ਉਹ ਅੰਧ ਨਹੀਂ ਹੋਣਾ ਚਾਹੀਦਾ। ਉਹਦੀ ਸੱਤਾ ਕੰਮ ਕਰਦੀ ਹੈ। ਗ੍ਰੈਵਿਟੀ ਅਸੀਂ ਸੁੰਘ ਨਹੀਂ ਸਕਦੇ, ਦੇਖ ਨਹੀਂ ਸਕਦੇ, ਛੂ ਨਹੀਂ ਸਕਦੇ, ਪਰ ਇਨਕਾਰ ਤੇ ਨਹੀਂ ਨਾ ਕਰ ਸਕਦੇ ਵੀ ਗ੍ਰੈਵਿਟੀ ਨੇ। ਬਿਜਲੀ ਲਾਈਟਾਂ ਜਗਾ ਰਹੀ ਹੈ, ਪੱਖੇ ਚੱਲਦੇ ਨੇ, ਹੀਟਰ ਚੱਲਦੇ ਨੇ, ਏਸੀ ਚੱਲਦੇ ਨੇ, ਉਪਕਰਨ ਚੱਲਦੇ ਨੇ, ਪਰ ਕੋਈ ਕਵੇ 2 ਕਿਲੋ ਬਿਜਲੀ ਕੱਢ ਕੇ ਟੇਬਲ ਤੇ ਰੱਖੋ, ਅਸੀਂ ਨਹੀਂ ਰੱਖ ਸਕਦੇ, ਪਰ ਬਿਜਲੀ ਤੇ ਹੈ ਨਾ, ਬਿਜਲੀ ਹੈ, ਪਰ ਬਿਜਲੀ ਨੂੰ ਸੁੰਘ ਨਹੀਂ ਸਕਦੇ, ਛੂ ਨਹੀਂ ਸਕਦੇ, ਦੇਖ ਨਹੀਂ ਸਕਦੇ। ਚੇਤਨਾ ਦੌੜਦੀ ਹੈ ਇਸੇ ਤਰ੍ਹਾਂ ਪਰਮਾਤਮਾ ਦੀ ਆਤਮਾਵਾਂ ਦੇ ਵਿੱਚ, ਉਹਦੇ ਪ੍ਰਤੀ ਅਸ਼ਰਧਕ ਨਹੀਂ ਹੋਣਾ। ਜੇ ਤੁਸੀਂ ਆਸਤਕ ਹੋ ਤੇ ਫਿਰ ਬਲਾਈਂਡ ਫੇਥ ਕਰੋ, ਜੇ ਤੁਸੀਂ ਨਾਸਤਕ ਹੋ ਤੇ ਮੈਨੂੰ ਖਿਮਾ ਕਰਨਾ, ਨਾਸਤਕ ਹੋਣਾ ਚੰਗੀ ਗੱਲ ਨਹੀਂ, ਫਿਰ ਜੀ ਲਓ ਆਪਣੀ ਜ਼ਿੰਦਗੀ ਨੂੰ। ਜਦੋਂ ਹੈ ਹੀ ਨਹੀਂ ਤੇ ਫਿਰ ਕਿਉਂ ਰਹਿ ਕੇ ਜ਼ਿੰਦਗੀ ਬਤੀਤ? ਜੋ ਕਰਨ ਨੂੰ ਦਿਲ ਕਰਦਾ ਫਿਰ ਕਰੋ ਦੱਬ ਕੇ, ਕਮ ਸੇ ਕਮ ਇਹ ਤੇ ਕਰ ਲਓ। ਹੁਣ ਬਹੁਤ ਵਾਰੀ ਤੇ ਇਹ ਹੁੰਦਾ ਹੈ ਬਈ ਨਾ ਲੋਕ ਤੇ ਨਾ ਪਰਲੋਕ, ਦੋਵੇਂ ਗਵਾ ਕੇ ਚਲੇ ਜਾਂਦੇ ਆ ਵਿੱਚ ਵਿਚਾਲੇ। ਤੋ ਪਹਿਲੀ ਗਲਤੀ ਤੁਹਾਡੀ ਵੀ ਜਿਸ ਮੰਤਰ ਦਾ ਐਡਾ ਪ੍ਰਚਾਰ ਕਰਦੇ ਹੋ ਉਸੇ ਮੰਤਰ ਬਾਰੇ ਗਲਤ ਕਹਾਣੀ ਘੜੀ ਹੋਈ ਹੈ। ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਔਰ ਲੇਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਹੁਣ ਇਹ ਮੰਤਰ ਤੁਹਾਡਾ ਕੀ ਸਵਾਰੇਗਾ? ਕੁਝ ਨਹੀਂ ਸਵਾਰ ਸਕਦਾ। ਦੂਸਰੀ ਐਗਜ਼ਾਮਪਲ, ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਇੱਕ ਵਾਰੀ ਕਿਸੇ ਭੰਡਾਰੀ ਨੇ, ਮੋਦੀ ਇੱਕ ਜੌਬ ਹੁੰਦੀ ਸੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤੀ, ਮੋਦੀ ਕੇ ਘਰ ਖਾਣਾ ਪਾਕਾ। ਮੋਦੀ ਮੀਨਜ ਭੰਡਾਰੀ, ਜਿਹੜਾ ਲੋਕਾਂ ਨੂੰ ਰਾਸ਼ਨ ਵਗੈਰਾ ਤਨਖਾਹਾਂ ਵਗੈਰਾ ਵੰਡਦਾ ਸੀ, ਉਹ ਰਾਇਲ ਬੰਦਾ ਸੀ। ਉਹਨੇ ਕਹਿੰਦੇ ਨੇ ਮਹਾਦੇਵ ਦਾ ਖਾਣਾ ਵਰਜਿਆ, ਮੇਰੇ ਘਰ ਖਾਣਾ ਖਾਓ। ਇਹਨਾਂ ਨੇ ਕਹਾਣੀ ਘੜੀ ਹੈ। ਉਹ ਖਾਣਾ ਖਾਣ ਆਇਆ, ਛੋਟਾ ਜਿਹਾ ਬੱਚਾ ਉਹਦਾ ਉੱਥੇ ਖੇਡਦਾ ਸੀ। ਬੱਚੇ ਅਕਸਰ ਸ਼ਰਾਰਤਾਂ ਵੀ ਕਰਦੇ ਨੇ, ਨਾਦਾਨ ਹੁੰਦੇ ਨੇ, ਬੱਚੇ ਨੇ ਕੋਈ ਸ਼ਰਾਰਤ ਕੀਤੀ ਹੋਵੇਗੀ। ਔਰ ਦੂਜੀ ਗੱਲ ਇਹ ਵੀ ਸ਼ਾਇਦ ਉਸ ਭੰਡਾਰੀ ਤੋਂ ਭੋਜਨ ਵਧੀਆ ਨਹੀਂ ਬਣਿਆ, ਇਹਨੂੰ ਗੁੱਸਾ ਚੜ ਗਿਆ। ਔਰ ਕਹਿੰਦੇ ਨੇ, ਕਹਾਣੀ ਕਹਿੰਦੀ ਏ, ਨਾਮਦੇਵ ਸਾਹਿਬ ਕਹਿੰਦੇ ਨੇ ਵੀ ਪੰਡਤੋ ਬਾਹਮਣੋ, ਤੁਸੀਂ ਇਹ ਕਹਾਣੀ ਘੜੀ ਏ ਬਈ ਉਸ ਭੰਡਾਰੀ ਦੇ ਘਰ ਉਹ ਮਹਾਦੇਵ ਸ਼ਰਾਪ ਦੇ ਕੇ ਉਹਦੇ ਬੱਚੇ ਨੂੰ ਮਾਰ ਆਇਆ। ਇਹ ਵੀ ਤੁਹਾਡੀ ਮਹਾਦੇਵ ਦੇ ਪ੍ਰਤੀ, ਸ਼ਿਵਜੀ ਦੇ ਪ੍ਰਤੀ ਅਸ਼ਰਧਕ ਕਹਾਣੀ ਹੈ।
ਨਾਲੇ ਤੁਸੀਂ ਉਹਦੀ ਪੂਜਾ ਕਰਦੇ ਹੋ, ਸਤਿਕਾਰ ਕਰਦੇ ਹੋ, ਨਾਲੇ ਉਹਦੇ ਬਾਰੇ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਨੇ, ਤੇ ਉਹ ਸ਼ਿਵ ਤੁਹਾਡਾ ਹੁਣ ਸਵਾਰੇਗਾ ਕੀ? ਨਹੀਂ ਸਵਾਰ ਸਕਦਾ। ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦੇ ਤੇ ਮੈਨੂੰ ਕਿਉਂ ਹੁੰਦੇ ਨੇ? ਮੈਨੂੰ ਆਪਣੇ ਇਸ਼ਟ ਦੇ ਉੱਤੇ ਸ਼ੱਕ ਨਹੀਂ ਹੈ ਕੋਈ, ਪਰ ਤੂੰ ਸ਼ੱਕ ਕਰਨਾ ਹੈ। ਜਿਹੜੇ ਮੰਤਰ ਦਾ ਰੋਜ਼ ਪਾਠ ਕਰਨਾ ਹੈ, ਉਸੇ ਮੰਤਰ ਨੂੰ ਕਹਿਣਾ ਵੀ ਗਾਂ ਦੀ ਜੂਨ ਚ ਪੈ ਗਈ ਤੇ ਡੰਡਾ ਮਾਰਿਆ ਤੇ ਲੰਗੜੀ ਹੋ ਗਈ, ਹੁਣ ਇਹ ਮੰਤਰ ਤੇਰਾ ਕੁਝ ਨਹੀਂ ਸਵਾਰ ਸਕਦਾ। ਜਿਹਨੂੰ ਤੂੰ ਓਮ ਨਮਾ ਸ਼ਿਵਾਏ, ਓਮ ਨਮਾ ਸ਼ਿਵਾਏ, ਓਮ ਨਮਾ ਸ਼ਿਵਾਏ ਕਹਿਣਾ ਹੈ, ਉਸੇ ਸ਼ਿਵ ਬਾਰੇ ਤੇਰੀਆਂ ਇਸ ਤਰ੍ਹਾਂ ਦੀਆਂ, ਇਹ ਸ਼ਿਵ ਵੀ ਤੇਰਾ ਕੁਝ ਨਹੀਂ ਸਵਾਰ ਸਕਦਾ। ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਚਿੱਟੇ ਰੰਗ ਦੇ ਢੱਗੇ ਦੇ ਉੱਤੇ ਬੈਠਦਾ, ਬਲਦ ਦੇ ਉੱਤੇ ਬੈਠਦਾ। ਔਰ ਮੋਦੀ ਕੇ ਘਰ ਖਾਣਾ ਪਾਕਾ, ਵਾਹ ਕਾ ਲੜਕਾ ਮਾਰਿਆ ਥਾ। ਭੰਡਾਰੀ ਦੇ ਘਰ ਖਾਣਾ ਪੱਕਾ ਸੀ, ਉੱਥੇ ਸ਼ਰਾਪ ਦੇ ਕੇ ਉਸ ਮੁੰਡੇ ਨੂੰ ਮਾਰ ਆਇਆ। ਅਸੀਂ ਨਹੀਂ ਕਹਿੰਦੇ, ਤੁਹਾਡੀਆਂ ਕਹਾਣੀਆਂ ਕਹਿੰਦੀਆਂ ਨੇ। ਤੁਸੀਂ ਆਪਣੀਆਂ ਕਹਾਣੀਆਂ 'ਚ ਲਿਖਿਆ ਵੀ ਇਦਾਂ ਉਹਨੂੰ ਗੁੱਸਾ ਬੜੀ ਛੇਤੀ ਚੜ ਜਾਂਦਾ, ਤੇ ਜਦੋਂ ਗੁੱਸਾ ਚੜਦਾ ਤੇ ਸ਼ਰਾਪ ਦੇ ਦਿੰਦਾ, ਤਾਂ ਫਿਰ ਤੁਸੀਂ ਅਸ਼ਰਦਕ ਗੱਲਾਂ ਉਹਦੇ ਬਾਰੇ ਜੋੜੀਆਂ ਹੋਈਆਂ ਨੇ। ਫਿਰ ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ। ਫਿਰ ਤੁਹਾਡੇ ਰਾਮਚੰਦਰ ਬਾਰੇ ਵੀ ਬੜੀ ਪ੍ਰਚਲਿਤ ਗੱਲ ਹੈ ਕਿ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਤੁਸੀਂ ਕਹਾਣੀ ਘੜੀ ਏ ਬਈ ਉਹ ਮਤਰੇਈ ਮਾਂ ਦੇ ਕਹਿਣ ਤੇ ਮਹਾਰਾਜ ਦਸ਼ਰਥ ਨੇ ਸ਼੍ਰੀ ਰਾਮ ਨੂੰ 14 ਸਾਲ ਦਾ ਬਨਵਾਸ ਦੇ ਦਿੱਤਾ, ਔਰ ਬਨਵਾਸ ਜਾਣ ਲੱਗੇ ਤੇ ਉਹਨਾਂ ਦੇ ਛੋਟੇ ਭਰਾਤਾ ਲక్ష్మణ ਤੇ ਭਾਰਜਾ ਧਰਮ ਪਤਨੀ ਸੀਤਾ ਨੇ ਜਿੱਦ ਕੀਤੀ ਵੀ ਨਹੀਂ ਸਵਾਮੀ, ਅਸੀਂ ਵੀ ਤੁਹਾਡੇ ਨਾਲ ਹੀ ਜਾਵਾਂਗੇ, ਇਸ ਕਸ਼ਟ ਵਿੱਚ ਅਸੀਂ ਤੁਹਾਨੂੰ ਇਕੱਲਿਆਂ ਨੂੰ ਨਹੀਂ ਛੱਡ ਸਕਦੇ। ਬਨਵਾਸ ਚਲੇ ਗਏ, ਜੰਗਲ ਚਲੇ ਗਏ। ਔਰ ਫਿਰ ਤੁਸੀਂ ਕਹਾਣੀ ਘੜੀ ਹੋਈ ਹੈ ਵੀ ਉਸ ਜੰਗਲ ਵਿੱਚੋਂ ਰਾਵਣ ਸ਼੍ਰੀ ਰਾਮ ਜੀ ਦੀ ਪਤਨੀ ਸੀਤਾ ਦਾ ਹਰਨ ਕਰਕੇ ਉਹਨੂੰ ਸ਼੍ਰੀ ਲੰਕਾ ਲੈ ਗਿਆ। ਉੱਥੇ ਅਸ਼ੋਕ ਵਾਟਿਕਾ ਵਿੱਚ ਜਾ ਕੇ ਉਹਨੂੰ ਕੈਦ ਕਰ ਦਿੱਤਾ, ਆਪਣੇ ਕਬਜ਼ੇ ਵਿੱਚ ਰੱਖਿਆ ਰਾਵਣ ਨੇ। ਤੁਸੀਂ ਕਹਾਣੀ ਘੜੀ ਹੈ, ਹੁਣ ਇਹ ਕਹਾਣੀ ਤੇ ਤੁਸੀਂ ਘੜ ਲਈ। ਜੇ ਸੱਚ ਹੈ ਤੇ ਫਿਰ ਵੀ ਇਹ ਰਾਮਚੰਦਰ ਕੁਝ ਨਹੀਂ ਸਵਾਰ ਸਕਦਾ। ਜਿਹੜਾ ਆਪਣੀ ਪਤਨੀ ਦੀ ਰੱਖਿਆ ਨਹੀਂ ਕਰ ਸਕਿਆ, ਸਾਡਾ ਕੀ ਸਵਾਰੇਗਾ? ਤੇ ਜੇ ਝੂਠ ਹੈ, ਕਲਪਤ ਹੈ, ਕਹਾਣੀ ਮਿੱਥ ਹੈ, ਤੇ ਫਿਰ ਤੁਸੀਂ ਆਪਣੇ ਇਸ਼ਟ ਬਾਰੇ ਇਸ ਤਰ੍ਹਾਂ ਦੀਆਂ ਕਹਾਣੀਆਂ ਘੜ ਕੇ ਉਹਦੇ ਵਿੱਚ ਅਸ਼ਰਧਾ ਪ੍ਰਗਟ ਕਰਦੇ ਹੋ। ਦੋਵਾਂ ਪਹਿਲੂਆਂ ਤੋਂ ਤੁਸੀਂ ਰੌਂਗ ਹੋ, ਦੋਵਾਂ ਪਹਿਲੂਆਂ ਤੋਂ ਤੁਸੀਂ ਗਲਤ ਹੋ। ਅੱਜ ਨਾਮੇ ਬੀਠਲ ਦੇਖਿਆ, ਨਾਮਦੇਵ ਨੂੰ ਅੱਜ ਬੀਠਲ ਦੇ ਪ੍ਰਮਾਤਮਾ ਦੇ ਦੀਦਾਰ ਹੋ ਗਏ ਨੇ। ਮੂਰਖਾ ਆ ਪੰਡਤਾ, ਤੈਨੂੰ ਸਮਝਾਵਾਂ ਵੀ ਤੈਨੂੰ ਕਿਉਂ ਨਹੀਂ ਦਰਸ਼ਨ ਹੁੰਦੇ। ਤੋਂ ਪਹਿਲੀ ਗੱਲ, ਤੂੰ ਗਾਇਤਰੀ ਮੰਤਰ ਬਾਰੇ ਗਲਤ ਮਨੌਤਾਂ ਬਣਾਈਆਂ ਹੋਈਆਂ ਨੇ। ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਗਲਤ ਮਨੌਤ ਬਣਾਈ ਹੋਈ ਹੈ। ਦੂਸਰੀ ਮਨੌਤ ਤੂੰ ਮਹਾਦੇਵ ਬਾਰੇ ਬਣਾਈ ਗਈ ਹੈ। ਅਸ਼ਰਦਕ ਗੱਲਾਂ ਨੇ ਸ਼ਿਵ ਜੀ ਬਾਰੇ ਤੇਰੇ ਕੋਲ, ਮਹਾਦੇਵ ਬਾਰੇ। ਅੱਛਾ, ਹੁਣ ਸਾਨੂੰ ਇਹਦੇ ਚੋਂ ਮੈਸੇਜ ਕੀ ਮਿਲਦਾ? ਆਪਣੇ ਇਸ਼ਟ ਤੇ ਕਦੀ ਸ਼ੱਕ ਨਾ ਕਰੀਏ। ਕੋਈ ਜਿੰਨਾ ਮਰਜ਼ੀ ਸਾਨੂੰ ਕੰਪੈਲ ਕਰੇ, ਕੋਈ ਸਾਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰੇ, ਪੁਰਾਣੇ ਗੁਰਸਿੱਖ ਤੇ ਇੱਥੋਂ ਤੱਕ ਵੀ ਉਹਨਾਂ ਦੇ ਕੋਲ ਕੋਈ ਗੁਰੂ ਦੀ ਨਿੰਦਿਆ ਕਰੇ ਨਾ, ਤੇ ਉੱਥੋਂ ਚਲੇ ਜਾਂਦੇ ਸਨ। ਉਹ ਕਹਿੰਦੇ ਸਨ ਤੇਰੀਆਂ ਗੱਲਾਂ ਕੰਨਾਂ ਵਿੱਚ ਨਹੀਂ ਪੈਣ ਦੇਣੀਆਂ। ਔਰ ਬਹੁਤ ਜ਼ਿਆਦਾ ਕੰਮ ਵੱਧ ਜਾਏ ਤੇ ਫਿਰ ਰਹਿਤ ਨਾਮਿਆਂ 'ਚ ਇਹ ਵੀ ਲਿਖਿਆ ਹੈ ਵੀ ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟਣ ਕੀਜੈ ਸੰਗ ਕਿਰਪਾਨ। ਜੇ ਨੌਬਤ ਚਾਰੇ ਬੰਨੇ ਪਾਣੀ ਸਿਰ ਤੋਂ ਲੰਘ ਜਾਏ ਤੇ ਫਿਰ ਨਿੰਦਕ ਦੀ ਸਦਾਈ ਵੀ ਕਰ ਦੇਣੀ ਚਾਹੀਦੀ ਹੈ। ਕਿਉਂ? ਕਿਉਂਕਿ ਇਹਦੀਆਂ ਅਸ਼ਰਦਕ ਗੱਲਾਂ ਸੁਣ ਸੁਣ ਕੇ ਸਾਡੀ ਸ਼ਰਧਾ ਵਿੱਚ ਦਰਾਰ ਆ ਜਾਏਗੀ, ਸਾਡੇ ਵਿਸ਼ਵਾਸ ਵਿੱਚ ਤਰੇੜ ਪੈ ਜਾਏਗੀ। ਔਰ ਗੁਰੂ ਦੇ ਪ੍ਰਤੀ ਜੋ ਵਿਸ਼ਵਾਸ ਹੈ, ਵੇਖੋ ਅਸੀਂ ਜਦੋਂ ਅਰਦਾਸ ਕਰਨੇ ਆ ਗੁਰੂ ਸੰਗਤ ਜੀ, ਉਹਦੇ 'ਚ ਕਿੰਨੀ ਵਾਰਾਂ ਕਹਿੰਦੇ ਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਜਿੰਨੀ ਵਾਰੀ ਅਰਦਾਸ ਸਿੱਖ ਕਰਦਾ ਹੈ,
ਝੋਲੀ ਅੱਡ ਕੇ ਕਹਿੰਦਾ, ਮਹਾਰਾਜ ਮੇਰੇ ਭਰੋਸੇ ਵਿੱਚ ਤਰੇੜ ਨਾ ਪੈਣ ਦੇਈ, ਮੇਰੀ ਸ਼ਰਧਾ ਨੂੰ ਪਤਲੀ ਨਾ ਹੋਣ ਦੇਈ, ਸ਼ਰਧਾ ਦੀ ਦਾਤ ਮੇਰੀ ਝੋਲੀ ਵਿੱਚ ਜ਼ਰੂਰ ਪਾਈ, ਕਿਉਂਕਿ ਜੇ ਇਹ ਨਹੀਂ ਤੇ ਕੁਛ ਵੀ ਨਹੀਂ। ਗਿਆਨ ਦੀ ਆਪਣੀ ਜਗ੍ਹਾ ਹੈ, ਸ਼ਰਧਾ ਦੀ ਆਪਣੀ ਜਗ੍ਹਾ ਹੈ। ਕਹਿੰਦੇ ਨੇ ਵੀ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਕੋਲ ਗੁਰਸਿੱਖ ਆਏ ਤੇ ਕਹਿਣ ਲੱਗੇ, ਮਹਾਰਾਜ ਗਿਆਨ ਹੋਣਾ ਚਾਹੀਦਾ ਕਿ ਸ਼ਰਧਾ ਹੋਣੀ ਚਾਹੀਦੀ? ਤੇ ਸੱਚੇ ਪਾਤਸ਼ਾਹ ਆਖਣ ਲੱਗੇ, ਗੁਰਸਿੱਖੋ ਇਹਨੂੰ ਮੈਂ ਇੱਕ ਦ੍ਰਿਸ਼ਟਾਂਤ ਨਾਲ ਤੁਹਾਨੂੰ ਗੱਲ ਸਮਝਾਣਾ। ਗੁਰਸਿੱਖ ਕਹਿਣ ਲੱਗੇ, ਮਹਾਰਾਜ ਸਮਝਾਓ। ਤਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਖੋ ਦੇਸੀ ਘਿਓ ਚੰਗਾ ਪਦਾਰਥ ਹੈ? ਕਹਿਣ ਲੱਗੇ, ਹਾਂ ਮਹਾਰਾਜ ਬਹੁਤ ਉੱਤਮ ਪਦਾਰਥ ਹੈ। ਤਾਂ ਹਜ਼ੂਰ ਕਹਿਣ ਲੱਗੇ, ਜੇ ਕਿਸੇ ਨੂੰ ਉਹ ਘਿਓ ਬਰਤਨ ਚ ਪਾ ਕੇ ਕੌਲਾ ਭਰ ਕੇ ਦੇ ਦਈਏ, ਇਹਨੂੰ ਛਕ ਲਓ, ਤੇ ਪਦਾਰਥ ਤੇ ਉੱਤਮ ਹੀ ਹੈ ਨਾ? ਹਾਂ ਮਹਾਰਾਜ ਪਦਾਰਥ ਤੇ ਉੱਤਮ ਹੈ, ਫਿਰ ਕੀ ਹੋਵੇਗਾ? ਤਾਂ ਸਿੱਖ ਕਹਿਣ ਲੱਗੇ, ਮਹਾਰਾਜ ਜੇ ਇਸ ਤਰ੍ਹਾਂ ਘਿਓ ਛਕ ਲਈਏ, ਪਾਈਆ ਅੱਧ ਪਾਈਆ, ਤੇ ਮਹਾਰਾਜ ਉਹਦੇ ਨਾਲ ਕਈ ਵਾਰੀ ਦਸਤ ਲੱਗ ਜਾਂਦੇ ਨੇ। ਵੈਸੇ ਵੀ ਮਹਾਰਾਜ ਕੱਲਾ ਘਿਓ ਜਿਹੜਾ ਬਕਬਕਾ ਹੁੰਦਾ ਹੈ, ਇਹ ਟੇਸਟੀ ਨਹੀਂ ਹੁੰਦਾ। ਤੇ ਮਹਾਰਾਜ ਕਹਿਣ ਲੱਗੇ, ਜੇ ਤੁਹਾਨੂੰ ਰੋਜ਼ ਕੌਲਾ ਭਰ ਕੇ ਸ਼ੱਕਰ ਦਾ ਦਈਏ, ਚਮਚ ਵੀ ਰੱਖ ਦਈਏ, ਆਖਣ ਲੱਗੇ ਮਹਾਰਾਜ ਸ਼ੱਕਰ ਖਾਣ ਵਿੱਚ ਤੇ ਸਵਾਦੀ ਹੁੰਦੀ ਹੈ, ਪਰ ਬਹੁਤ ਜ਼ਿਆਦਾ ਖਾਈਏ ਤੇ ਇਹਦੇ ਨਾਲ ਵੀ ਵਿਕਾਰ ਪੈਦਾ ਹੁੰਦੇ ਨੇ, ਇਹਦੇ ਨਾਲ ਵੀ ਫੋੜੇ ਫਿੰਸੀਆਂ ਨਿਕਲ ਆਉਂਦੀਆਂ ਨੇ। ਹਜ਼ੂਰ ਕਹਿਣ ਲੱਗੇ, ਹੁਣ ਤੀਜੀ ਗੱਲ ਧਿਆਨ ਨਾਲ ਸੁਣੋ, ਜੇ ਤੁਹਾਨੂੰ ਥੋੜਾ ਜਿਹਾ ਘਿਓ ਪਾ ਦਈਏ, 2-4-5 ਚਮਚੇ ਘਿਓ ਦੇ ਕੌਲੀ ਚ ਪਾ ਦਈਏ, ਤੇ 2-4-5 ਚਮਚੇ ਸ਼ੱਕਰ ਦੇ ਪਾ ਦਈਏ, ਤੇ ਉਹਨੂੰ ਮਿਕਸ ਕਰ ਦਈਏ, ਤੇ ਆਖਣ ਲੱਗੇ ਮਹਾਰਾਜ ਫਿਰ ਖਾਣ ਵਿੱਚ ਵੀ ਬਹੁਤ ਸਵਾਦਿਸ਼ਟ, ਤੇ ਸਰੀਰ ਵਿੱਚ ਕੋਈ ਵਿਕਾਰ ਨਹੀਂ ਪੈਦਾ ਹੁੰਦਾ, ਨਾ ਦਸਤ ਲੱਗਦੇ ਨੇ, ਨਾ ਫੋੜੇ ਫਿੰਸੀਆਂ ਨਿਕਲ। ਹਜ਼ੂਰ ਕਹਿਣ ਲੱਗੇ, ਗਿਆਨ ਘਿਓ ਹੈ ਤੇ ਸ਼ਰਧਾ ਸ਼ੱਕਰ ਹੈ, ਇਸ ਵਾਸਤੇ ਇਹਨਾਂ ਦੋਵਾਂ ਦਾ ਇਕੱਠਾ ਸੇਵਨ ਕਰੀਏ ਤੇ ਸਵਾਦੀ ਵੀ ਹੁੰਦਾ ਹੈ ਤੇ ਰਿਸ਼ਟ ਪੁਸ਼ਟ ਵੀ ਕਰਦਾ ਹੈ। ਗਿਆਨ ਦੀ ਆਪਣੀ ਜਗ੍ਹਾ ਹੈ, ਸ਼ਰਧਾ ਦੀ ਆਪਣੀ ਜਗ੍ਹਾ ਹੈ, ਇਹ ਦੋਵੇਂ ਹੀ ਹੋਣੇ ਚਾਹੀਦੇ ਨੇ, ਔਰ ਇਹਨਾਂ ਦਾ ਬਾਕਾਇਦਾ ਸੰਤੁਲਨ ਹੋਣਾ ਚਾਹੀਦਾ, ਇਹਨਾਂ ਦਾ ਬਾਕਾਇਦਾ ਬੈਲੈਂਸ ਹੋਣਾ ਚਾਹੀਦਾ। ਸੋ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਤੁਸੀਂ ਰਾਮਚੰਦਰ ਬਾਰੇ ਵੀ ਆਪਣੀ ਸ਼ਰਧਾ ਵਿੱਚ ਫਰਕ ਪਾ ਲਿਆ, ਰਾਮਚੰਦਰ ਹੁਣ ਤੁਹਾਡਾ ਕੀ ਸਵਾਰੇਗਾ? ਮੈਨੂੰ ਤੇ ਦੀਦਾਰ ਹੋ ਗਏ ਨੇ, ਆਜ ਨਾਮੇ ਬੀਠਲ ਦੇਖਿਆ, ਤੈਨੂੰ ਵੀ ਹੋ ਸਕਦੇ ਨੇ, ਪਰ ਤੂੰ ਆਪਣੇ ਮੰਤਰ ਬਾਰੇ, ਆਪਣੇ ਅਵਤਾਰਾਂ ਬਾਰੇ, ਆਪਣੇ ਧਾਰਮਿਕ ਆਗੂਆਂ ਬਾਰੇ ਬਹੁਤ ਸਾਰੀਆਂ ਅਸ਼ਰਦਕ ਗੱਲਾਂ ਘੜੀਆਂ ਹੋਈਆਂ ਨੇ, ਇਸ ਵਾਸਤੇ ਤੇਰੀ ਭਾਵਨਾ ਪੂਰੀ ਨਹੀਂ ਹੁੰਦੀ, ਤੈਨੂੰ ਦੀਦਾਰ ਨਹੀਂ ਹੁੰਦੇ। ਫਿਰ ਅਗਲੇ ਜਿਹੜੇ ਬੋਲ ਨੇ, ਹਿੰਦੂ ਅੰਨਾ ਤੁਰਕੂ ਕਾਣਾ। ਆਤਮਿਕ ਪੱਖੋਂ ਹਿੰਦੂ ਨੇ ਦੋਵੇਂ ਅੱਖਾਂ ਗਵਾ ਲਈਆਂ। ਕਿਸ ਤਰ੍ਹਾਂ? ਇੱਕ ਤੇ ਆਪਣੇ ਇਸ਼ਟ ਬਾਰੇ ਅਸ਼ਰਦਕ ਗੱਲਾਂ ਕਰਕੇ ਇੱਕ ਅੱਖ ਤੇ ਉਹਨੇ ਉਦੋਂ ਹੀ ਗਵਾ ਲਈ, ਬਈ ਗਾਇਤਰੀ ਮੰਤਰ ਨਾਲ ਇਸ ਤਰ੍ਹਾਂ ਹੋਇਆ, ਸ਼ਿਵ ਜੀ ਨਾਲ ਇਸ ਤਰ੍ਹਾਂ ਹੋਇਆ, ਰਾਮਚੰਦਰ ਜੀ ਨਾਲ ਇਸ ਤਰ੍ਹਾਂ ਹੋਇਆ। ਇੱਕ ਅੱਖ ਤੇ ਹਿੰਦੂ ਨੇ ਉਦੋਂ ਗਵਾ ਲਈ ਜਦੋਂ ਆਪਣੇ ਇਸ਼ਟ ਬਾਰੇ ਗਲਤ ਗੱਲਾਂ ਘੜੀਆਂ, ਅਸ਼ਰਦਕ ਗੱਲਾਂ ਘੜੀਆਂ, ਤੇ ਦੂਜੀ ਅੱਖ ਉਦੋਂ ਗਵਾ ਲਈ ਜਦੋਂ ਈਸ਼ਵਰ ਨੂੰ ਮੰਦਰ ਵਿੱਚ ਕੈਦ ਕਰ ਦਿੱਤਾ ਵੀ ਇਸ ਮੰਦਰ ਵਿੱਚ ਉਹ ਰਹਿੰਦਾ, ਹੋਰ ਕਿਤੇ ਨਹੀਂ ਮਿਲ ਸਕਦਾ। ਲਿਹਾਜ਼ਾ ਆਤਮਿਕ ਪੱਖੋਂ ਦੋਵੇਂ ਅੱਖਾਂ ਗਵਾ ਕੇ ਹਿੰਦੂ ਅੰਨਾ ਹੋ ਗਿਆ। ਆਤਮਿਕ ਪੱਖੋਂ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਤੇ ਜਾਏ। ਖਸਮੋਂ ਕੁੱਤ ਗਿਆ, ਅੰਨਾ ਹੋ ਗਿਆ, ਪੂਰੀ ਤਰ੍ਹਾਂ ਬਲਾਈਂਡ। ਤੁਰਕੂ ਕਾਣਾ, ਉਹਨੇ ਇੱਕ ਅੱਖ ਬਚਾ ਲਈ ਕਿਉਂਕਿ ਉਹਦਾ ਹਜ਼ਰਤ ਮੁਹੰਮਦ ਸਾਹਿਬ ਵਿੱਚ ਬਹੁਤ ਵਿਸ਼ਵਾਸ ਹੈ, ਭਾਵਨਾ ਹੈ। ਪਰ ਮਸੀਤ ਵਿੱਚ ਅੱਲਾ ਨੂੰ ਕੈਦ ਕਰਕੇ, ਖੁਦਾ ਨੂੰ ਕੈਦ ਕਰਕੇ ਇੱਕ ਅੱਖ ਮੁਸਲਮਾਨ ਵੀ ਗਵਾ ਬੈਠਾ। ਹਿੰਦੂ ਅੰਨਾ ਤੁਰਕੂ ਕਾਣਾ, ਆਤਮਕ ਅੱਖਾਂ ਦੀ ਗੱਲ ਹੋ ਰਹੀ ਹੈ, ਇਹ ਹੱਡ ਚੰਮ ਦੀਆਂ ਅੱਖਾਂ ਦੀ ਗੱਲ ਨਹੀਂ ਹੋ ਰਹੀ। ਮੈਂ ਅਰਜ਼ ਕਰਾਂ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਕਿਹੜਾ ਗਿਆਨੀ? ਜਿਹੜਾ ਗੁਰਦੁਆਰੇ ਭਾਈ ਲੱਗ ਜਾਏ, ਪਾਠੀ ਲੱਗ ਜਾਏ, ਕਥਾਵਾਚਕ ਲੱਗ ਜਾਏ? ਨਹੀਂ, ਇਹ ਗਿਆਨੀ ਦੀ ਇਹ ਪਰਿਭਾਸ਼ਾ ਨਹੀਂ ਹੈ ਵੀ ਮੇਰੇ ਵਾਂਗੂ ਥੋੜਾ ਜਿਹਾ ਸਿੱਖ ਲਿਆ ਤੇ ਦਰਜੀ ਨੂੰ ਕਿਹਾ 2-4 ਸੂਟ ਬਣਾ ਦੇ, ਜਾਨਾ ਮੈਂ ਕੈਨੇਡਾ ਡਾਲਰ ਇਕੱਠੇ ਕਰਕੇ ਲਿਆਉਣਾ। ਇਹ ਗਿਆਨੀ ਨਹੀਂ ਹੈ। ਫਿਰ ਗਿਆਨੀ ਕੌਣ ਹੈ? ਭੈ ਕਾਹੂ ਕੋ ਦੇਤ ਨੈ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ। ਗਿਆਨੀ
ਤਾਹੇ ਬਖਾਨ। ਸਿਮਰਨ ਦੀ ਬਰਕਤ ਨਾਲ ਨਿਰਭੈ ਹੋ ਜਾਣਾ, ਉਸ ਅਵਸਥਾ ਤੇ ਪਹੁੰਚ ਜਾਣਾ। ਦੋਹਾਂ ਤੇ ਗਿਆਨੀ ਸਿਆਣਾ, ਜਿਹੜਾ ਗਿਆਨਵਾਨ ਹੈ, ਜਿਹਦੇ ਕੋਲ ਤੱਤ ਗਿਆਨ ਹੈ, ਪੁਸਤਕਾਂ ਦਾ ਗਿਆਨ ਨਹੀਂ, ਤੱਤ ਗਿਆਨ। ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਔਰ ਮੇਰੇ ਜੀਵਨ ਦਾ ਪ੍ਰਯੋਜਨ ਕੀ ਹੈ। ਮੈਂ ਆਤਮਾ ਹਾਂ, ਦਰਗਾਹ ਵਿੱਚੋਂ ਆਇਆ ਹਾਂ, ਔਰ ਆਇਓ ਸੁਣਨ ਪੜਨ ਕੋ ਬਾਣੀ। ਇਹ ਗਾਫਲਤਾ ਦੀ ਨੀਂਦ ਚੋਂ ਜਾਗਿਆ ਹੋਇਆ ਹੈ, ਇਹ ਗਿਆਨੀ ਹੈ। ਗਿਆਨੀਆਂ ਵਰਗੇ ਕੱਪੜੇ ਪਾ ਕੇ ਗਿਆਨੀ ਨਹੀਂ। ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੈ ਦੇਹੁਰਾ, ਕਿਉਂਕਿ ਹਿੰਦੂ ਠਾਕਰ ਦੁਆਰੇ ਦੀ ਪੂਜਾ ਕਰਦਾ, ਠਾਕਰ ਦੁਆਰੇ ਵਿੱਚ ਈਸ਼ਵਰ ਨੂੰ ਉਹਨੇ ਕੈਦ ਕੀਤਾ ਹੋਇਆ। ਔਰ ਮੁਸਲਮਾਨ ਮਸੀਤ, ਉਹਨੇ ਮਸੀਤ ਵਿੱਚ ਕੈਦ ਕੀਤਾ ਹੋਇਆ। ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ। ਪਰ ਮੈਂ ਉਸ ਇਸ਼ਟ ਦਾ ਉਪਾਸਕ ਹਾਂ ਜਿਹੜਾ ਨਾ ਕਿਸੇ ਦੇਹਰੇ ਵਿੱਚ ਕੈਦ ਹੈ ਤੇ ਨਾ ਕਿਸੇ ਮਸੀਤ ਵਿੱਚ ਕੈਦ ਹੈ। ਮੇਰਾ ਪ੍ਰਭੂ ਵਿਆਪਕ ਹੈ। ਉਹਨੂੰ ਨਾਮਦੇਵ ਕਹਿੰਦੇ ਨੇ, ਹੱਲੇ ਯਾਰਾ ਖੁਸ਼ਖਬਰੀ, ਬਲ ਬਲ ਜਾਉ ਨੀਕੀ ਤੇਰੀ ਬੇਗਾਰੀ, ਆਲੇ ਤੇਰਾ ਨਾ ਕੁਜ਼ਾ ਆਮਦ, ਕੁਜ਼ਾ ਰਫਤੀ, ਕੁਜ਼ਾ ਮੇਰਵੀ। ਉਹ ਕਿੱਥੋਂ ਆਉਂਦਾ ਹੈ? ਕੁਜ਼ਾ ਆਮਦ ਕਿੱਥੋਂ ਆਉਂਦਾ ਹੈ? ਕਿਤੇੋਂ ਨਹੀਂ ਆਉਂਦਾ, ਉਹ ਤੇ ਵਿਆਪਕ ਹੈ। ਕੁਜ਼ਾ ਰਫਤੀ ਕਿੱਧਰ ਨੂੰ ਜਾਂਦਾ ਹੈ? ਕੁਜ਼ਾ ਮੇਰਵੀ, ਸੈਂਸ ਉਹ ਵਿਆਪਕ ਹੈ। ਮੇਰਾ ਈਸ਼ਵਰ ਨਾ ਮੰਦਰ ਵਿੱਚ ਕੈਦ ਹੈ, ਨਾ ਮਸਜਿਦ ਵਿੱਚ ਕੈਦ ਹੈ, ਉਹ ਵਿਆਪਕ ਹੈ। ਔਰ ਮੂਰਖ, ਮੈਨੂੰ ਉਹਦੇ ਦੀਦਾਰ ਹੋ ਗਏ ਨੇ ਇਸੇ ਜਨਮ ਵਿੱਚ, ਔਰ ਮੈਨੂੰ ਤੇਰੇ ਤੇ ਤਰਸ ਆਇਆ ਤਾਂ ਮੈਂ ਤੈਨੂੰ ਦੱਸਿਆ ਵੀ ਤੈਨੂੰ ਦੀਦਾਰ ਨਾ ਹੋਣ ਦਾ ਕਾਰਨ ਹੈ ਵੀ ਆਪਣੇ ਮੰਤਰ ਬਾਰੇ ਵੀ ਗਲਤ ਗੱਲਾਂ, ਆਪਣੇ ਅਵਤਾਰਾਂ ਬਾਰੇ ਵੀ ਗਲਤ ਗੱਲਾਂ, ਓਮ ਨਮਾ ਸ਼ਿਵਾਏ ਜਿਹਨੂੰ ਕਹਿੰਦਾ ਉਹਦੇ ਬਾਰੇ ਵੀ ਤੂੰ ਗਲਤ ਗੱਲਾਂ ਕੜੀਆਂ ਨੇ। ਤੇਰੀ ਸ਼ਰਧਾ ਵਿੱਚ ਤਰੇੜ ਆ ਗਈ, ਤੇਰੀ ਭਾਵਨਾ ਵਿੱਚ ਫਰਕ ਪੈ ਗਿਆ, ਤੇਰੀ ਤਾਂ ਨਹੀਂ ਬਾਤ ਬਣਦੀ। ਸਮਾਂ ਸਮਾਪਤ ਹੈ, ਲਿਹਾਜ਼ਾ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਸੰਕੋਚਨ ਦੀ ਆਪ ਜੀ ਤੋਂ ਆਗਿਆ ਚਾਹਾਂਗਾ। ਬੇਨਤੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਖਿਮਾ ਦਾ ਜਾਚਕ ਹਾਂ। ਆਓ ਸਾਡੇ ਬਹੁਤ ਹੀ ਸਨਮਾਨਯੋਗ